ਮਿਹਰਬਾਨੀ। ਤੇ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਭੈਣ ਜੀ ਜੁੜ ਗਏ ਨੇ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਅਸੀਂ ਉਹੀ ਥੋੜ੍ਹੀ ਜਿਹੀ ਬਿਜਲੀ ਦੀ ਮਾਫੀ ਵਾਲੀ ਗੱਲ ਚੱਲ ਰਹੀ ਸੀ ਕਿ ਇਸ ਤੋਂ ਆਪਾਂ ਕਾਂਜੀ ਜਿਹੜੀ ਹੈ ਜੀ, ਕਾਂਜੀ ਬਾਰੇ ਗੱਲ ਕਰ ਲਈਏ। ਗਰਮੀ ਹੈ, ਏਸੀ ਪੱਖਿਆਂ ਦੀ ਵੀ ਗੱਲ ਚੱਲ ਰਹੀ ਸੀ ਕਿ ਬਿਜਲੀ ਵੀ ਠੰਡਕ ਪਾਉਂਦੀ ਹੈ, ਕਿਤੇ ਗਰਮੈਸ਼ ਲਿਆਉਂਦੀ ਹੈ। ਆ ਕਾਂਜੀ ਕੀ ਚੀਜ਼ ਹੁੰਦੀ ਹੈ? ਪਹਿਲਾਂ ਤਾਂ ਕਾਂਜੀ ਦੱਸੋ। ਕਈ ਬੰਦਿਆਂ ਨੂੰ ਇਹ ਹੁੰਦਾ ਬੀਜ ਹੁੰਦਾ, ਕੀ ਹੁੰਦਾ ਇਹ ਕਾਂਜੀ? ਪਹਿਲਾਂ ਸਮਝਾਓ ਅਸਲ 'ਚ ਹੁੰਦੀ ਕੀ ਚੀਜ਼ ਹੈ ਜੀ? ਦੇਖੋ, ਕਾਲੀ ਗਾਜਰ ਤੋਂ ਇਹ ਬਣਦੀ, ਜੇ ਆਪਾਂ ਦੱਸਾਂਗੇ ਵੀ ਕਿਵੇਂ ਬਣਾਉਣਾ। ਕੁਝ ਤਾਂ ਲੋਕ ਸਰੋਂ ਦੇ ਬੀਜ ਕਾਲੀ ਗਾਜਰ ਦੇ ਪਾਣੀ ਵਿੱਚ ਮਿਲਾ ਕੇ ਹਲਕਾ ਕਾਲਾ ਲੂਣ ਪਾ ਕੇ ਪੀ ਲੈਂਦੇ ਨੇ। ਇਹ ਸ਼ੁਰੂ ਤੋਂ ਇਹੀ ਰਵਾਇਤ ਰਹੀ ਹੈ, ਪਰ ਇਹ ਅਸਲ 'ਚ ਤਾਂ ਸਾਰੇ ਪਾਸੇ ਇਹਦਾ ਜ਼ਿਕਰ ਹੋਣ ਲੱਗਾ। ਤੁਰਕੀ ਵਿੱਚ ਦਰਅਸਲ ਇਸ ਗਾਜਰ ਦੇ, ਕਾਲੀ ਗਾਜਰ ਨਾਲ ਸ਼ਰਾਬ ਬਣਦੀ ਸੀ ਇੱਕ ਸਾਲਗਮ ਨਾਂ ਦੀ। ਮੈਂ ਹੁਣ ਤੁਰਕੀ ਦਾ ਸ਼ਬਦ ਹੈ, ਪਹਿਲਾਂ ਹੀ ਮੰਗ ਲਵਾਂ, ਕੋਈ ਪ੍ਰੋਨਾਂਸੀਏਸ਼ਨ 'ਚ ਗਲਤੀ ਹੋ ਸਕਦੀ ਹੈ, ਜੋ ਵੀ ਉਹਨੂੰ ਕਹਿਣਗੇ, ਪਰ ਇਹਨੂੰ ਸਾਲਗਮ ਕਹਿ ਕੇ ਇਹਨੂੰ, ਯਾਨੀ ਪੰਜਾਬੀ ਵਿੱਚ ਸਾਲਗਮ ਕਹੀਦਾ, ਤੁਰਕੀ 'ਚ ਪਤਾ ਨਹੀਂ ਇਹਨੂੰ ਕਿਸ ਤਰ੍ਹਾਂ ਪ੍ਰੋਨਾਊਂਸ ਕਰਨ। ਉਸ ਦੇ ਸਦਕਾ ਹੀ ਇਹਦਾ ਆਮ ਤੌਰ ਤੇ ਵਰਤੋਂ ਵਿੱਚ ਆਂਦਾ ਰਿਹਾ। ਜਿੱਥੋਂ ਪੰਜਾਬੀ ਇੱਕ ਵੱਖ ਤਰ੍ਹਾਂ ਦੀ ਕਾਂਜੀ, ਜਿਵੇਂ ਉਹ ਵੀ ਤਰੀਕਾ ਮੈਂ ਦੱਸਾਂਗੀ, ਪਰ ਇਹਦਾ ਦਰਅਸਲ ਟੇਸਟ ਕੜਾਂਗਾ ਜਿਹਾ ਹੋਣ ਕਾਰਨ ਤੇ ਇਹ ਜਾਮਨੀ ਤੇ ਕਾਲੇ ਰੰਗ ਦੇ ਮਿਸ਼ਰਣ ਚ ਭਾਵੇਂ ਮਿਲਦੀ ਹੈ, ਪਰ ਕਿਹਾ ਇਹਨੂੰ ਕਾਲੀ ਗਾਜਰ ਹੀ ਜਾਂਦਾ ਹੈ। ਤੇ ਇਹਦੇ ਵਿੱਚ ਦਰਅਸਲ ਕਿਉਂ ਇਸ ਵੇਲੇ ਬਹੁਤ ਜ਼ਿਆਦਾ ਰੌਲੇ ਚ ਇਹਦੇ ਬਾਰੇ ਪਿਆ, ਕਾਰਨ ਇਹ ਕਿ ਐਂਟੀਆਕਸੀਡੈਂਟਸ, ਕਿਉਂਕਿ ਕੋਵਿਡ ਨੇ ਇੰਨੀਆਂ ਚੀਜ਼ਾਂ ਉਘਾੜ ਕੇ ਸਾਹਮਣੇ ਲਿਆਂਦੀਆਂ ਜਿਹੜੀਆਂ ਸ਼ਾਇਦ ਦੱਬੀਆਂ ਪਈਆਂ ਸਨ। ਸੋ ਐਂਟੀਆਕਸੀਡੈਂਟਸ, ਫਿਰ ਵਿਟਾਮਿਨ ਸੀ, ਵਿਟਾਮਿਨ ਈ, ਫਿਨੋਲਿਕ ਕੰਪਾਊਂਡ, ਐਂਥੋਸਾਇਨਿਨ, ਯਾਨੀ ਢੇਰ ਹੀ ਲੱਗਿਆ ਪਿਆ ਜੇ, ਜਿਹੜੇ ਇਹਨੂੰ ਬੇਹਿਸਾਬੀ ਗੁਣਕਾਰੀ ਬਣਾ ਦਿੰਦੇ ਨੇ। ਜਿੱਥੋਂ ਤੱਕ ਗੱਲ ਆਉਂਦੀ ਜੇ ਅੰਤੜੀਆਂ ਲਈ ਫਾਈਬਰ ਭਰਪੂਰ ਵੀ ਹੈ, ਹਾਜ਼ਮੇ ਲਈ, ਪੇਟ ਦੇ ਅਲਸਰਸ ਲਈ ਤੋਂ ਲੈ ਕੇ ਇਮਿਊਨਿਟੀ ਲਈ ਬੜੀ ਤਗੜੀ ਇਹ ਅਸਰ ਵਿਖਾਉਂਦੀ ਜੇ। ਹਾਂ, ਇਹ ਚੀਜ਼ ਸੀ ਜੋ ਪਹਿਲਾਂ ਪਤਾ ਸੀ। ਇਹ ਤੁਰਕੀ ਚੋਂ ਹੀ ਅਲਟੀਮੇਟਲੀ ਇਹ ਗੱਲ ਨਿਕਲੀ ਕਿ ਉੱਥੇ ਜਿਹੜੇ ਜਿਹੜੇ ਰੈਗੂਲਰ ਤੌਰ ਤੇ ਸਾਲਗਮ ਵਰਤਦੇ ਸਨ, ਉਹਨਾਂ ਨੇ ਵਿੱਚੋਂ, ਜਿਵੇਂ ਕੁਛ ਨੇ ਸਿਰ ਧੋ ਲਿਆ, ਉਹਨੂੰ ਬਾਲ ਲਹਿਲਾਉਂਦੇ ਬਣਾਉਣ ਲਈ ਜਾਂ ਇਸ ਤਰ੍ਹਾਂ, ਉਹ ਜਦੋਂ ਦੇਖਿਆ ਗਿਆ ਤਾਂ ਅਲਟੀਮੇਟਲੀ ਖੋਜ ਨਿਕਲੀ ਕਿ ਭਾਈ ਇਹ ਤਾਂ ਝੁਰੜੀਆਂ ਰੋਕਣ ਲਈ, ਚਮੜੀ ਦੀ ਚਮਕ ਬਰਕਰਾਰ ਰੱਖਣ ਲਈ, ਵਾਲ ਲਹਿਰਾਉਂਦੇ ਰੱਖਣ ਲਈ, ਕਾਲੇ ਰੱਖਣ ਲਈ, ਲੰਬੇ ਕਰਨ ਲਈ, ਝੜਨ ਤੋਂ ਬਚਾਉਣ ਲਈ ਇਹ ਕਾਫੀ ਤਗੜਾ ਇਹਦਾ ਰੋਲ ਲੱਭਿਆ। ਯਾਨੀ ਉਹ ਚੀਜ਼ ਜੋ ਸਿਰਫ ਸ਼ਰਾਬ ਵਜੋਂ ਜਾਣੀ ਜਾਂਦੀ ਸੀ ਜਾਂ ਹਾਜ਼ਮੇ ਵਜੋਂ ਪੰਜਾਬੀ ਪੀਆ ਕਰਦੇ ਸਨ, ਇਹ ਕੋਵਿਡ ਦੌਰਾਨ ਜਿਹੜੇ ਜਿੰਨੀਆਂ ਵੀ ਯਾਨੀ ਇਹ ਲੱਭੀਆਂ ਖੋਜਾਂ ਵਿੱਚ, ਉਹਦੇ 'ਚ ਐਂਟੀਆਕਸੀਡੈਂਟ, ਫਿਰ ਆਪਾਂ ਨੂੰ ਪਤਾ ਹੀ ਹੈ ਵੀ ਐਂਟੀਆਕਸੀਡੈਂਟ ਦਿਲ ਵਾਸਤੇ ਵੀ ਵਧੀਆ, ਕੈਂਸਰ ਰੋਕਣ ਵਾਸਤੇ ਵੀ ਵਧੀਆ, ਡਾਇਬਟਿਕਸ ਲਈ, ਹਾਈਪਰਟੈਂਸ਼ਨ ਲਈ, ਇਹ ਸਾਰੀਆਂ ਚੀਜ਼ਾਂ ਲਈ ਇਹ ਤਗੜੇ, ਕਿਉਂਕਿ ਟੁੱਟ ਫੁੱਟ ਰੋਕਦੇ ਨੇ। ਸੋ ਇਹ ਹੋਇਆ ਇਹ ਕਿ ਜਿਹੜੀ ਇਹਦਾ ਰੰਗ ਜੇ, ਖਾਸ ਤੌਰ ਤੇ ਜੋ ਐਂਥੋਸਾਇਨਿਨ, ਉਹ ਜਿੱਥੇ ਕੋਲੈਸਟਰੋਲ ਘਟਾਉਂਦੀ ਹੈ, ਉੱਥੇ ਕੁਝ ਕਿਸਮਾਂ ਦੇ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦੀ ਜੇ। ਇਹਦੇ ਵਿੱਚ ਜਿਵੇਂ ਫਿਨੋਲ, ਕੈਲਸ਼ੀਅਮ, ਲੋਹ ਕਣ, ਜ਼ਿੰਕ, ਬੀਟਾ ਕੈਰੋਟੀਨ, ਇਹ ਚੀਜ਼ਾਂ ਲਾਲ ਗਾਜਰ ਚ ਹੁੰਦੀਆਂ ਸਨ। ਤੁਸੀਂ ਅੰਦਾਜ਼ਾ ਲਾ ਲਓ ਕਿ ਉਸ ਗਾਜਰ ਨੂੰ ਹੀ ਕਿੰਨਾ ਤਗੜਾ ਅਸੀਂ ਕਹਿੰਦੇ ਸਾਂ ਵੀ ਅੱਖਾਂ ਲਈ ਤਾਂ ਬਹੁਤ ਹੀ ਵਧੀਆ, ਕਮਾਲ ਹੈ, ਗਾਜਰ ਦੇ ਫਾਇਦੇ ਜੇ ਗਿਣਾਈਏ, ਪਰ ਇਹਦੇ ਵਿੱਚ ਉਸ ਤੋਂ 4 ਗੁਣਾ ਵੱਧ ਉਹ ਸਾਰੇ ਕੰਟੈਂਟਸ ਨੇ। ਹੁਣ ਇਹਨੂੰ ਸਲਾਦ ਵਜੋਂ, ਅਚਾਰ ਵਜੋਂ ਤੇ ਬਥੇਰੀ ਸਮੇਂ ਤੋਂ ਵਰਤਦੇ ਹੀ ਸਨ। ਕਾਂਜੀ ਵਜੋਂ ਇਹ ਕਾਫੀ, ਹੁਣ ਜਿਵੇਂ ਮੈਂ ਦੱਸਿਆ ਕਿ ਪੁਰਾਣੇ ਸਮਿਆਂ 'ਚ ਮੈਨੂੰ ਚੇਤੇ ਆ ਵੀ ਮੇਰੇ ਵੀ ਮਦਰ ਇਹ ਹਮੇਸ਼ਾ ਹੀ ਬਣਾ ਕੇ ਦਿੰਦੇ ਹੀ ਹੁੰਦੇ ਸਨ, ਸਰਦੀਆਂ ਵੀ ਗਰਮੀਆਂ ਵੀ ਇਹ ਚੀਜ਼ ਤਾਂ ਜ਼ਰੂਰ ਬਣਾ ਕੇ ਰੱਖ ਦਿੰਦੇ ਸਨ। ਅਚਾਰ ਵੀ ਇਹਦਾ ਪੈਂਦਾ ਸੀ, ਸੋ ਇਹ ਖਾਂਦੇ ਰਹੀਦਾ ਸੀ। ਇਹਦੇ ਵਿੱਚ ਐਕਚੁਅਲੀ ਜੋ ਐਂਥੋਸਾਇਨਿਨ ਹੈ, ਜਿਹੜਾ ਇਹਨੂੰ ਰੰਗ ਦਿੰਦਾ, ਇਹ ਇਸ ਬਾਰੇ ਜੋ ਖੋਜ ਹੋਈ ਉਹ ਸੀ ਜਰਨਲ ਆਫ ਐਗਰੀਕਲਚਰ ਐਂਡ ਫੂਡ ਕੈਮਿਸਟਰੀ 'ਚ ਪਹਿਲਾਂ ਸਨ 2011, ਫਿਰ 2019 ਵਿੱਚ ਜੋ ਖੋਜ ਛਪੀ,
ਉਹ ਬਾ ਕਮਾਲ ਸੀ, ਜਿਸ ਸਦਕਾ ਇੱਕਦਮ ਇਹ ਅੱਗੇ ਆਈ ਕਿ ਉਹਦੇ ਚ ਦੇਖਿਆ ਇਹ ਅਲਜ਼ੀਮਰ ਬਿਮਾਰੀ ਯਾਨੀ ਭੁੱਲ ਜਾਣ ਦੇ ਰੋਗ ਜੋ ਵੱਡੀ ਉਮਰੇ ਹੁੰਦਾ ਹੈ, ਜੀ ਉਹਦੇ ਵਿੱਚ ਕਮਾਲ ਦਾ ਫਾਇਦਾ ਦਿਖਾ ਰਹੀ ਸੀ ਜੇ ਰੈਗੂਲਰ ਜੇ ਵਰਤੀ ਜਾਂਦੀ ਰਵੇ। ਹੂੰ ਯਾਨੀ ਦਿਮਾਗ ਦੇ ਸੈੱਲਾਂ ਦਾ ਸੁੰਗੜਨਾ, ਟੁੱਟ ਫੁੱਟ ਉਹਨੂੰ ਘਟਾ ਦਿੰਦੀ ਹੈ। ਜੀ ਹਾਂ, ਜਿਹੜਾ ਜਿਵੇਂ ਦੱਸਿਆ ਕਿਉਂਕਿ ਇਹ ਹੈ ਵਿਟਾਮਿਨ ਸੀ ਵਗੈਰਾ, ਸੋ ਇਹ ਹਲਕੀ ਖੰਘ ਜ਼ੁਕਾਮ, ਜੋੜਾਂ ਦੀ ਕਮਜ਼ੋਰੀ, ਇਹ ਚੀਜ਼ਾਂ, ਕਬਜ਼, ਇਹੋ ਜਿਹੀ ਹਾਜ਼ਮਾ ਵਗੈਰਾ ਲਈ ਇਹ ਜੇ ਰੋਜ਼ ਸਿਰਫ ਅੱਧਾ ਗਿਲਾਸ, ਆਪਾਂ ਬਣਾਣੀ ਸਿਖਾਵਾਂਗੇ ਕਿਵੇਂ, ਅੱਧਾ ਗਿਲਾਸ ਜੇ ਸਿਰਫ ਰੈਗੂਲਰ ਲੈਂਦੇ ਰਹੀਏ ਜੀ ਬੜਾ ਕਮਾਲ ਦਾ ਅਸਰ ਵਿਖਾ ਦਿੰਦੀ ਹੈ। ਤੇ ਜਿੱਥੋਂ ਤੱਕ ਇਹਦੇ ਅੱਖਾਂ ਵਾਸਤੇ ਮੈਕੂਲਰ ਡੀਜਨਰੇਸ਼ਨ ਹੁੰਦੀ ਹੈ ਜਿਹੜੀ, ਉਹ ਵੀ ਉਮਰ ਦੇ ਨਾਲ ਅੱਖਾਂ ਦੀ ਪਿਛਲੀ ਪਰਤ ਦੀ ਰੋਸ਼ਨੀ ਚਲੀ ਜਾਂਦੀ ਹੈ, ਬਿਲਕੁਲ ਅੰਨਾਪਣ ਜਦੋਂ ਆ ਜਾਂਦਾ, ਦਿਸਣੋਂ ਰੁਕ ਸਕਦਾ, ਉਹ ਚੀਜ਼ ਨੂੰ ਰੋਕਣ ਵਿੱਚ ਵੀ ਇਹਦਾ ਬੜਾ ਵਧੀਆ ਖੋਜਾਂ ਨੇ ਅਸਰ ਵਿਖਾਇਆ। ਅੱਛਾ ਜੀ। ਹੁਣ ਇਹ ਇੱਕੋ ਅਜੀਬ ਇਹਦਾ ਫਾਈਬਰ ਇਸ ਕਰਕੇ ਵੱਖ ਹੈ ਕਿ ਜਿਵੇਂ ਬਾਕੀ ਤੁਹਾਡੇ ਢਿੱਡ ਨੂੰ ਅਫਾਰਾ ਪੈਦਾ ਕਰ ਸਕਦਾ ਹੈ, ਜ਼ਿਆਦਾ ਫਾਈਬਰ ਭਰਪੂਰ ਖਾ ਲਓ, ਜਿਵੇਂ ਛਾਣ ਬੂਰਾ ਬਹੁਤ ਜ਼ਿਆਦਾ ਖਾਧਾ ਜਾਏ ਢਿੱਡ ਅਫਾਰਾ ਜਿਹਾ ਮਹਿਸੂਸ ਹੋਈ ਜਾਂਦਾ, ਭੁੱਖ ਮਾਰ ਦਿੰਦਾ। ਇਹ ਕਮਾਲ ਦੇਖੋ ਕਿ ਇਹਦਾ ਫਾਈਬਰ ਛੇਤੀ ਘੁਲ ਜਾਣ ਵਾਲਾ ਹੈ, ਜਾਨੀ ਮੋਟਾਪਾ ਵੀ ਨਾ ਹੋਣ ਦਵੇ, ਬਾਕੀ ਵੀ ਫਾਇਦੇ ਦਵੇ, ਪਰ ਅਫਾਰਾ ਨਹੀਂ ਹੋਣ ਦਿੰਦੀ। ਉਹ ਹਜ਼ਮ ਫਾਈਬਰ ਵੀ ਛੇਤੀ ਘੁਲ ਜਾਂਦਾ, ਯਾਨੀ ਭੁੱਖ ਵੀ ਮਾਰੇਗਾ, ਭਾਰ ਵੀ ਘਟਾਏਗਾ, ਪਰ ਉਹ ਅਫਾਰੇ ਤੋਂ ਬਗੈਰ। ਸੋ ਇਹਦੇ ਨਾਲ ਲਹੂ ਵਿੱਚ ਸ਼ੱਕਰ ਦੀ ਮਾਤਰਾ ਜੋ ਇੱਕਦਮ ਵਧਣੀ ਹੁੰਦੀ ਹੈ ਖਾਣੇ ਤੋਂ ਬਾਅਦ, ਉਹ ਵੀ ਕਾਬੂ ਵਿੱਚ ਇਹਦੇ ਨਾਲ ਰਹਿ ਜਾਂਦੀ ਹੈ ਜੀ। ਹੁਣ ਇਹਦੀ ਇੰਟਰਸਟਿੰਗ ਚੀਜ਼ ਇਹ ਹੈ ਕਿ ਸਭ ਤੋਂ ਪੁਰਾਣੀ ਜੋ ਹੁਣ ਤੱਕ ਇਹਨਾਂ ਨੇ ਲੱਭੀ, ਉਹ 5000 ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਲੱਭੀਆਂ ਸਨ, ਜੋ ਕਿ ਬਹੁਤ ਤਗੜੀਆਂ ਫਾਇਦੇ ਵਾਲੀਆਂ ਸੀ। ਉਹਨਾਂ ਨੂੰ ਹੌਲੀ ਹੌਲੀ ਬੀਜ ਕੇ ਅੱਗੋਂ ਵੱਖਰੀਆਂ ਵੱਖਰੀਆਂ ਥਾਵਾਂ ਤੇ ਗਈ, ਫਿਰ ਉਹਦੀ ਜੋ ਅਸੀਂ ਆਦਤ ਹੈ ਸਾਡੀ ਵੀ ਜੈਨੇਟਿਕ ਚੇਂਜ ਕਰਾਤੀ, ਇਹ ਕਰਤਾ ਉਹ ਕਰਤਾ। ਉਹ ਉਸਨੇ ਜੋ ਰੋਮ ਵਿੱਚ ਕਾਲੀਆਂ ਗਾਜਰਾਂ ਦਾ 10ਵੀਂ ਸਦੀ ਚ ਮਿਲਦਾ ਜ਼ਿਕਰ, ਈਰਾਨ ਵਿੱਚ ਵੀ, ਉਹ ਤੇ ਅੱਜ ਦੀ ਗਾਜਰ ਵਿੱਚ ਘੱਟੋ ਘੱਟ 30-35% ਉਹ ਅੰਸ਼ ਘਟ ਚੁੱਕੇ ਨੇ ਜੀ। ਯਾਨੀ ਕੁਦਰਤੀ ਤਰੀਕੇ ਜੋ, ਕਿਉਂਕਿ ਇਹ ਉਹ ਸੀ ਜਿਹੜੀ ਹੁਣ ਮੈਂ ਦੱਸ ਦਿਆਂ ਵੀ ਸਪੇਨ ਵਿੱਚ ਇਹਦਾ ਜ਼ਿਕਰ ਕੀ ਮਿਲਦਾ ਜੇ ਮੈਡੀਕਲ ਬੁੱਕਸ ਵਿੱਚ ਜੇ ਦੇਖੀਏ ਤਾਂ ਸੰਨ 1623 ਵਿੱਚ ਰਾਜਿਆਂ ਨੂੰ ਇਹਦੇ ਵਿੱਚ ਖਾਣੇ ਦੇ ਨਾਲ ਇਹ ਸਲਾਦ ਵਜੋਂ ਦਿੱਤੀ ਜਾਂਦੀ ਸੀ, ਐਫਰੋਡਿਜ਼ਾਇਕ ਮੰਨੀ ਜਾਂਦੀ ਸੀ ਕਿ ਇਹਦੇ ਨਾਲ ਸੈਕਸੁਅਲ ਪਰਫਾਰਮੈਂਸ ਵਧੀਆ ਹੋ ਜਾਂਦੀ ਹੈ। ਸੋ ਉਸ ਪੱਖ ਵਜੋਂ ਇਹ ਪੁਰਾਣੇ ਸਮਿਆਂ 'ਚ ਵਰਤੀ ਜਾਂਦੀ ਰਹੀ ਸੀ। ਉਦੋਂ ਇਹਨੂੰ ਕਰਦੇ ਹੁੰਦੇ ਸਨ, ਕੱਚੀ ਕਾਲੀ ਗਾਜਰ ਨੂੰ ਸਿਰਕੇ 'ਚ ਪਾ ਕੇ, ਹਲਕਾ ਜਿਹਾ ਵਿੱਚ ਤੇਲ ਦੀਆਂ ਬੂੰਦਾਂ ਕੁਛ ਪਾ ਕੇ ਤੇ ਨਾਲ ਲੂਣ ਪਾ ਕੇ, ਇਸ ਤਰ੍ਹਾਂ ਉਹਨਾਂ ਨੂੰ ਖਾਣ ਨੂੰ ਦਿੱਤਾ ਜਾਂਦਾ ਸੀ ਜੀ। ਹੁਣ ਇਹਦੇ ਲਈ ਆਪਾਂ ਜਿਹੜੀ ਅਸਲ ਕਾਂਜੀ ਜਿਹਨੂੰ ਅਸੀਂ ਕਹਿੰਦੇ ਆ ਬਣਾਉਣ ਦਾ ਢੰਗ, ਉਹ ਜੋ ਕਿ ਜਿਹੜਾ ਫਾਇਦੇਮੰਦ ਸਭ ਲਈ ਹੋ ਸਕਦੀ ਹੈ, ਕਿਉਂਕਿ ਇਹਦੇ 'ਚ ਫਰਮੈਂਟੇਸ਼ਨ ਵੀ ਹੁੰਦੀ ਹੈ, ਇੱਕ ਤਰੀਕੇ ਕਹਿ ਲਓ ਕਿਸਮ ਦੀ, ਭਾਵੇਂ ਸ਼ਰਾਬ ਹੀ ਬਣ ਰਹੀ ਹੈ ਪਰ ਉਹ ਜੇ ਜ਼ਿਆਦਾ ਸਮਾਂ ਰੱਖੀ ਜਾਵੇ, ਜੇ ਤੁਸੀਂ ਬਣਾ ਕੇ ਉਹਨੂੰ, ਮੈਂ ਉਹ ਤਰੀਕਾ ਦੱਸ ਦਿੰਦੀ ਹਾਂ ਕਿ ਤੁਸੀਂ 5 ਤੋਂ 6 ਕਾਲੀਆਂ ਗਾਜਰਾਂ ਚੰਗੀ ਤਰ੍ਹਾਂ ਧੋ ਕੇ ਕੱਟ ਕੇ ਇੱਕ ਮਰਤਬਾਨ 'ਚ ਪਾ ਲਓ ਸ਼ੀਸ਼ੇ ਦੇ 'ਚ, ਫਿਰ 3 ਵੱਡੇ ਚਮਚ ਰਾਈ ਜੀ, 2 ਛੋਟੇ ਚਮਚ ਲੂਣ, 2 ਛੋਟੇ ਚਮਚ ਅਦਰਕ ਨੂੰ ਕੁੱਟ ਕੇ ਵਿੱਚ ਪਾਇਆ ਹੋਇਆ, ਤੇ 7 ਗਿਲਾਸ ਪਾਣੀ ਇਹਦੇ ਵਿੱਚ। ਇਹ ਢੰਗ ਜੇ ਜੋ ਆਈਡੀਅਲ ਕਾਂਜੀ ਜੋ ਹਾਜ਼ਮੇ ਲਈ ਬਣਦੀ ਹੈ, ਇਹਨੂੰ 2 ਦਿਨ ਧੁੱਪੇ ਰੱਖਣਾ ਚਾਹੀਦਾ ਹੈ, ਯਾਨੀ ਉਹ ਫਰਮੈਂਟੇਸ਼ਨ ਹੋਣੀ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਇਹਨੂੰ ਛਾਣ ਕੇ ਪੀਤਾ ਜਾ ਸਕਦਾ ਹੈ। ਇਸੇ ਹੀ ਚੀਜ਼ ਨੂੰ ਸ਼ਰਾਬ ਬਣਾ ਕੇ ਪੀਣ ਵਾਲੇ, ਜੋ ਜਿਵੇਂ ਉਹ ਤੁਹਾਨੂੰ ਦੱਸਿਆ ਕਿ ਤੁਰਕੀ 'ਚ ਜੋ ਵਰਤਦੇ ਸਨ ਸਾਲਗਮ, ਉਹ ਇਹਨੂੰ ਇਸੇ ਤਰ੍ਹਾਂ 7 ਤੋਂ 10 ਦਿਨ ਜਾਂ ਕਈ ਵਾਰ ਇਹਨੂੰ ਮਹੀਨਾ ਭਰ ਵੀ ਰੱਖ ਕੇ ਫਿਰ ਉਹ ਵਰਤਦੇ ਰਹੇ ਨੇ, ਜਿਹੜੀ ਪਹਿਲਾਂ ਉਹ ਬਣਾਉਂਦੇ ਸਨ ਜੀ। ਹੁਣ ਇਹਦੇ ਵਿੱਚ ਗਰਮੀਆਂ ਵਿੱਚ ਜੇ ਤੁਸੀਂ ਵਰਤਣੀ ਹੋਏ, ਕੁਝ ਲੋਕ ਵਿੱਚ ਨੂੰ ਬਾਅਦ ਵਿੱਚ ਜਾਨੀ ਕੱਢ ਕੇ ਜਿਵੇਂ ਪੀਣਾ, ਪੀਣ ਤੋਂ ਪਹਿਲਾਂ ਵਿੱਚ ਫਰਿੱਜ 'ਚ ਥੋੜੀ ਦੇਰ ਰੱਖ ਲਈ ਜਾਂ ਬਰਫ਼ ਪਾ ਲਈ, ਉਸ ਤਰ੍ਹਾਂ ਵਰਤ ਲੈਂਦੇ ਨੇ। ਪਰ ਇਹਦੇ ਨਾਲ ਜਿਹੜਾ ਬੈਟਰ ਇਫੈਕਟ ਲੈਣ ਲਈ ਨਾਲ
ਇਹਦੇ ਵਿੱਚ ਅਦਰਕ ਐਕਸਟਰਾ ਐਡ ਕਰ ਸਕਦੇ ਹੋ ਜੇ ਤੁਹਾਨੂੰ ਬਹੁਤ ਜ਼ਿਆਦਾ ਹਾਜ਼ਮੇ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਜਾਂ ਤਾਜ਼ਾ ਧਨੀਆ ਮਿਲਾ ਸਕਦੇ ਹੋ। ਪਰ ਬੈਸਟ ਹੁੰਦਾ ਜੇ ਕੋਈ ਵਰਤ ਸਕੇ ਇਹਦੇ ਨਾਲ ਚੁਕੰਦਰ ਜੇ ਮਿਕਸ ਕਰ ਲਈ ਜਾਵੇ ਅੱਛਾ ਜੀ, ਤਾਂ ਉਹ ਦੁੱਗਣਾ ਜਾਂ ਤਿੱਗਣਾ ਫਾਇਦਾ ਦੇ ਦਿੰਦੀ ਹੈ। ਯਾਨੀ ਜੋ 30-35% ਅਸੀਂ ਅੰਸ਼ ਇਹਦੇ ਚੋਂ ਘਟੇ ਸਨ, ਉਹ ਚੁਕੰਦਰ ਪਾਉਣ ਨਾਲ ਕਾਫੀ ਜ਼ਿਆਦਾ ਇਹਦੇ ਚ ਉਹ ਬੈਨੀਫਿਟਸ ਵਾਪਸ ਲਏ ਜਾ ਸਕਦੇ ਨੇ। ਇਸੇ ਤਰ੍ਹਾਂ ਦੇ ਬਣੇ ਨਾਲ ਵਾਲ ਧੋਣ ਨਾਲ ਵੀ ਉਹ ਕਹਿੰਦੇ ਨੇ ਨੈਚੁਰਲ ਕਲਰ ਚੜ ਸਕਦਾ। ਉਹਦੇ ਨਾਲ ਮਤਲਬ ਉਹਦੇ ਚ ਅਦਰਕ ਜਾਂ ਨਾ ਪਾ ਲਿਓ, ਕੱਲੀ ਗਾਜਰ ਹੀ ਜੇ ਤੁਸੀਂ ਇਸ ਤਰ੍ਹਾਂ ਮਰਤਬਾਨ ਚ ਪਾ ਕੇ ਰੱਖੀ ਜੇ, ਜਿਸ ਚ ਲੂਣ ਵੀ ਨਾ ਹੋਵੇ, ਕੱਲੀ ਗਾਜਰ ਤੇ ਚੁਕੰਦਰ ਜੇ ਤੁਸੀਂ ਇਸ ਤਰ੍ਹਾਂ ਰੱਖ ਲੈਂਦੇ ਹੋ ਕੁਛ ਵੀ ਪਾਏ ਬਗੈਰ, ਉਹ ਵਾਲਾਂ ਨੂੰ ਧੋਣ ਲਈ ਫਾਇਦੇਮੰਦ ਜੇ। ਜਾਂ ਤਾਜ਼ਾ ਅਦਰਕ ਤੇ ਤਾਜ਼ੀ ਕਾਲੀ ਗਾਜਰ ਇਹ ਵਰਤੋਂ ਚ ਲਿਆਈ ਗਈ ਹੈ। ਬੜਾ ਕਮਾਲ ਦਾ ਅਸਰ ਵੇਖਿਆ। ਜੇ ਬੁੱਲ ਕਾਲੇ ਪੈਣ ਲੱਗ ਗਏ ਨੇ ਤਾਂ ਤੁਸੀਂ ਇਹ ਫਰੈਸ਼ ਜਿਹੜਾ ਇਹਨੂੰ ਕੱਦੂਕਸ ਕਰਕੇ ਕਲਰ ਆਂਦਾ ਜੇ ਦੋਨਾਂ ਦਾ ਮਿਲਾ ਕੇ, ਉਹਦੇ ਨਾਲ ਹਲਕਾ ਹਲਕਾ ਬੁੱਲਾਂ ਨੂੰ ਜੇ ਰਗੜਦੇ ਰਹੋ ਤਾਂ ਓਵਰ ਅ ਪੀਰੀਅਡ ਆਫ 1.5-2 ਮਹੀਨੇ ਚ ਤੁਸੀਂ ਦੇਖੋਗੇ ਤੁਹਾਡੇ ਕੁਦਰਤੀ ਲਾਲੀ ਆ ਜਾਂਦੀ ਹੈ ਬੁੱਲਾਂ ਤੇ। ਉਹ ਬੜਾ ਸੋਹਣਾ ਉਹਦੀ ਤੁਸੀਂ ਨੈਚੁਰਲ ਤਰੀਕੇ ਠੀਕ ਕਰ ਸਕਦੇ ਹੋ। ਇਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਵਾਲ ਧੋਣ ਨਾਲ ਵੀ ਤੁਹਾਡੀ ਸਿੱਕਰੀ ਵੀ ਠੀਕ ਹੋ ਸਕਦੀ ਹੈ, ਤੁਹਾਡੇ ਵਾਲ ਝੜਨੋਂ ਰੁਕ ਸਕਦੇ ਨੇ। ਤੇ ਕਈ ਵਾਰ ਦੇਖਿਆ ਗਿਆ ਕਿ ਉਹ ਨੈਚੁਰਲ ਕਲਰਿੰਗ ਥੋੜਾ ਜਿਹਾ ਇਹਦੇ ਚ ਇਫੈਕਟ ਹੁੰਦਾ ਜਿਹੜਾ ਉਹ ਕਰ ਜਾਂਦਾ। ਬਿਲਕੁਲ। ਹੁਣ ਇਹਦੇ ਚ ਕੁਝ ਲੋਕ ਨੇ ਜਿਹੜਾ ਸੰਤਰੇ ਦਾ ਰਸ ਮਿਲਾ ਕੇ ਕਹਿ ਦਿੰਦੇ ਨੇ ਸਾਨੂੰ ਜ਼ਿਆਦਾ ਫਾਇਦਾ ਹੋਇਆ, ਯਾਨੀ ਮਿਕਸਡ ਇੱਕ ਚੀਜ਼ ਹੈ ਜੀ। ਪਰ ਮੈਂ ਵੈਸੇ ਦੱਸ ਦਿਆਂ ਕਿ ਵਿਟਾਮਿਨ ਸੀ ਵਜੋਂ ਜਾਂ ਤੁਸੀਂ ਐਂਥੋਸਾਇਨਿਨ ਜੋ ਮੈਂ ਗੱਲ ਕੀਤੀ ਹੈ, ਇੱਕ ਸੰਤਰੇ ਤੋਂ ਇੱਕ ਕਾਲੀ ਗਾਜਰ ਚ 28 ਗੁਣਾ ਵੱਧ ਹੁੰਦੇ ਨੇ। ਯਾਨੀ ਇੰਨੀ ਤਗੜੀ ਇਹ ਚੀਜ਼ ਹੈ। ਇਹਨਾਂ ਨੂੰ ਸਿੰਪਲ ਜੇ ਕਿਸੇ ਨੇ ਨਹੀਂ ਵੀ ਇਹ ਚੀਜ਼ ਕਰਨੀ ਤਾਂ ਸਿੰਪਲ ਜੂਸ ਬਣਾ ਕੇ ਤੁਸੀਂ ਲੈ ਸਕਦੇ ਹੋ, ਜਿਸ ਵਿੱਚ ਜੇ ਪਾਲਕ ਐਡ ਕਰ ਲਓ ਤਾਂ ਉਹ ਹੋਰ ਵੀ ਕਮਾਲ ਦਾ, ਕਿਉਂਕਿ ਉਹ ਵਿੱਚ ਪੱਤ ਗੋਭੀ ਦੇ ਇਸ ਤਰ੍ਹਾਂ ਪੱਤੇ ਜੇ ਵਿੱਚ ਨਾਲ ਐਡ ਕਰ ਲੈਂਦੇ ਹੋ, ਉਹਨਾਂ ਨੂੰ ਭਾਵੇਂ ਮਿਕਸੀ 'ਚ ਹੀ ਕਰਕੇ ਉਹ ਗ੍ਰਾਈਂਡ ਸਮੂਦੀ ਬਣਾ ਕੇ ਤੁਸੀਂ ਫਿਰ ਵੀ ਲੈ ਸਕਦੇ ਹੋ, ਜੋ ਕਾਫੀ ਫਾਇਦੇਮੰਦ ਹੁੰਦੀ ਜੇ। ਬੱਚੇ ਆਮ ਤੌਰ ਤੇ ਨੱਕ ਮੂੰਹ ਚੜਾਉਂਦੇ ਨੇ, ਮੈਂ ਉਹਨਾਂ ਲਈ ਦੱਸ ਦਿਆਂ ਕਿ ਤੁਸੀਂ ਇਹਦਾ ਹਲਵਾ ਬਾ ਕਮਾਲ ਬਣ ਸਕਦਾ ਜੇ ਇਹਨੂੰ ਡਿਸ਼ ਦੇ ਵਜੋਂ ਬੱਚੇ ਨੂੰ ਬਜਾਏ ਕਿ ਬਾਜ਼ਾਰੋਂ ਗੁਲਾਬ ਜਾਮੁਨ ਜਾਂ ਤੁਸੀਂ ਉਹ ਚੀਜ਼ਾਂ ਖਵਾਉਣੀਆਂ ਨੇ, ਉਹਦੇ ਨਾਲੋਂ ਜੇ ਇਹ ਬਣਾ ਕੇ ਰੱਖ ਦੋ ਤਾਂ ਬਹੁਤ ਜ਼ਿਆਦਾ ਨਿਊਟ੍ਰੀਸ਼ੀਅਸ ਹੋਏਗਾ ਜੀ। ਮਿਸਾਲ ਵਜੋਂ ਤੁਸੀਂ ਅੱਧਾ ਕਿਲੋ ਕਾਲੀਆਂ ਗਾਜਰਾਂ ਜੇ ਕੱਦੂਕਸ ਕਰ ਲੈਂਦੇ ਹੋ ਜੀ, ਉਹਨੂੰ ਕੜਾਈ ਵਿੱਚ ਹਲਕੀ ਅੱਗ ਤੇ ਭੁੰਨ ਲਓ। ਫਿਰ 2 ਕੱਪ ਹੋਰ ਦੁੱਧ ਉਹਦੇ ਚ ਐਡ ਕਰਕੇ ਜਦੋਂ ਤੱਕ ਉਹ ਬਿਲਕੁਲ ਨਰਮ ਨਾ ਪੈ ਜਾਣ, ਇਹਨੂੰ ਹਲਕਾ ਨਰਮ ਹੌਲੀ ਅੱਗ ਤੇ ਸਿਮ ਦੇ ਉੱਤੇ ਇਹਨੂੰ ਰਿੰਨਣਾ ਜੇ। ਉਸ ਤੋਂ ਬਾਅਦ ਉਹਦੇ 2 ਕੱਪ ਖੰਡ ਪਾ ਸਕਦੇ ਹੋ ਜੀ। ਮੈਂ ਇਸ ਤੋਂ ਪਹਿਲਾਂ ਕਿ ਅਗਲੀ ਗੱਲ ਦੱਸਾਂ ਫਿਰ ਕਹਿ ਦਿਆਂ ਇਹ ਨਾ ਹੋਵੇ ਕਿ ਲੋਕ ਫੋਨ ਕਰਨ ਕਿ ਸਾਨੂੰ ਜੀ ਅਸੀਂ ਸੁਣਿਆ ਨਹੀਂ, ਬਸ ਅੱਗੋਂ ਬੈਠ ਕੇ ਦੱਸ ਦਿਓ। ਨਾਲੇ ਹੁਣ ਆਪਣੇ ਕੋਲੇ ਸਮਾਂ ਹੈਗਾ ਜੀ, ਅੱਜ ਸਵਾਲ ਜ਼ਰੂਰ ਕਰੀ ਚੱਲਿਓ। ਹਾਂਜੀ, ਮੈਂ ਇਹੀ ਮੈਂ ਕਿਹਾ ਵੀ ਤੁਸੀਂ ਇੱਥੇ ਹੀ ਕਰ ਲਓ ਤੇ ਜਾਂ ਫਿਰ ਇਹ ਪ੍ਰੋਗਰਾਮ ਫਿਰ ਚੜ ਜਾਣਾ ਫੇਸਬੁੱਕ ਤੇ YouTube ਤੇ, ਉੱਥੇ ਦੁਬਾਰਾ ਸੁਣ ਸਕਦੇ ਹੋ। ਫਿਰ ਤੁਸੀਂ ਘਰੇ ਫੋਨ ਕਰਦੇ ਹੋ। ਹਾਂਜੀ, 92 164 10 666 ਤੇ 98 149 10 666 ਦੇ ਉੱਤੇ ਕਾਲ ਕਰਕੇ ਆਪਣੇ ਸਵਾਲ ਰੱਜ ਕੇ ਕਰ ਲਿਓ। ਅਗਲੇ ਪਿਛਲੇ ਵੀ ਕਰ ਲਿਓ, ਕੋਈ ਗੱਲ ਨਹੀਂ ਅੱਜ। ਹਾਂਜੀ, ਪਰ ਬਾਅਦ ਵਿੱਚ ਮੇਰੇ ਲਈ ਮੁਸ਼ਕਲ ਹੋ ਜਾਂਦਾ ਇੱਕ ਦਾ ਇਹ ਜਵਾਬ ਦੇਣਾ ਕਿ ਭਾਈ ਇਹ ਤੁਸੀਂ ਸੁਣਿਆ ਨਹੀਂ ਸੀ ਅੱਧੇ ਪ੍ਰੋਗਰਾਮ 'ਚ ਹੀ, ਤੁਸੀਂ ਬਾਕੀ ਦਾ ਤੁਸੀਂ ਸੁਣਾ ਦਿਓ। ਉਹ ਬੈਟਰ ਹੈ ਪ੍ਰੋਗਰਾਮ ਵਿੱਚ ਸੁਣਨ ਕਿ ਤੁਸੀਂ ਅੱਧੇ ਕਿਲੋ ਕਾਲੀਆਂ ਗਾਜਰਾਂ ਕੱਦੂਕਸ ਕਰਕੇ, ਮੈਂ ਜਿਵੇਂ ਦੱਸਿਆ ਕਿ ਉਹਨੂੰ ਹਲਕਾ ਰਿੰਨਣ ਤੋਂ ਬਾਅਦ ਫਿਰ 2 ਕੱਪ ਦੁੱਧ ਮਿਲਾ ਕੇ ਉਦੋਂ ਤੱਕ ਰਿੰਨਣਾ ਜਦ ਤੱਕ ਨਰਮ ਨਾ ਪੈ ਜਾਏ। ਉਸ ਤੋਂ ਬਾਅਦ ਫਿਰ 2 ਕੱਪ ਖੰਡ, ਅੱਧਾ ਚਮਚ ਇਲਾਚੀ ਪੀਸੀ ਹੋਈ ਇਹਦੇ ਵਿੱਚ ਹੀ ਮਿਕਸ ਕਰ ਲਓ। ਜਦੋਂ ਅੱਛੀ ਤਰ੍ਹਾਂ ਮਿਕਸ ਹੋ ਜਾਏ ਫਿਰ ਇਹਦੇ ਚ 4 ਚਮਚ ਦੇਸੀ ਘਿਓ ਤੇ ਮਿਲਕ ਮੇਡ ਦਾ ਜਿਵੇਂ ਅੱਧਾ ਡੱਬਾ ਪਾ ਕੇ ਤੁਸੀਂ ਇਹਨੂੰ ਪੂਰਾ ਪ੍ਰੋਪਰ ਜਿਵੇਂ ਜਦੋਂ ਛੱਡ ਦੇਵੇ ਆਸ-ਪਾਸ ਤੋਂ ਕੜਾਈ ਤੋਂ ਇਹਨੂੰ ਵਰਤ ਸਕਦੇ ਹੋ। ਉਹਦੇ ਉੱਪਰ ਫਿਰ ਤੁਸੀਂ ਆਪਣਾ ਭਾਵੇਂ ਪਿਸਤਾ ਕਾਜੂ ਜੋ ਮਰਜ਼ੀ ਪਾ ਸਕਦੇ ਹੋ।
ਪਰ ਇਹ ਇੰਨਾ ਕਮਾਲ ਦਾ ਬਣਦਾ ਜੇ ਕਿ ਲੋਕ ਹੋਰ ਮਠਿਆਈਆਂ ਨੂੰ ਬਿਲਕੁਲ ਭੁੱਲ ਹੀ ਜਾਂਦੇ ਨੇ। ਇਸੇ ਨੂੰ ਥੋੜਾ ਹੋਰ ਕਰਕੇ ਤੁਸੀਂ ਪੀਸ ਕਰਕੇ ਬਰਫੀ ਵਾਂਗ ਬਣਾ ਕੇ ਵੀ ਰੱਖ ਸਕਦੇ ਹੋ। ਇਹ ਬੱਚਿਆਂ ਲਈ ਮੈਂ ਤਾਂ ਕਿਹਾ ਸੀ ਕਿ ਕਈ ਬੱਚੇ ਕੁਛ ਨੱਕ ਮੂੰਹ ਸਿਕੋੜਦੇ ਨੇ ਵੀ ਨਹੀਂ ਲੈਣਾ। ਜੇ ਹਾਈ ਦੇ ਉੱਤੇ ਇਹਨੂੰ ਰਿੰਨਾਂਗੇ ਤਾਂ ਇਸ ਗਾਜਰ ਦੇ ਕਾਫੀ ਅੰਸ਼ ਖਤਮ ਹੋ ਜਾਂਦੇ ਨੇ। ਇਸੇ ਲਈ ਮੈਂ ਵਾਰ-ਵਾਰ ਗੱਲ ਕਰ ਰਹੀ ਹਾਂ ਕਿ ਇਹਨੂੰ ਹਲਕੀ ਅੱਗ ਤੇ ਰਿੰਨਣਾ ਜੇ। ਇੰਨਾ ਨਹੀਂ ਕਿ ਉਹਨੂੰ ਸਾੜ ਹੀ ਛੱਡੀਏ ਕਿ ਉਹਦਾ ਅਸਰ ਖਤਮ ਹੋ ਜਾਏ। ਬਿਲਕੁਲ ਜੀ। ਪਰ ਇਹ ਚੀਜ਼, ਕਿਉਂਕਿ ਮੈਂ ਸ਼ੁਰੂ ਚ ਗੱਲ ਕੀਤੀ ਸੀ, ਮੋਟਾਪਾ ਘਟਾਉਣ ਵਿੱਚ ਫਾਇਦਾ ਦਿੰਦੀ ਜੇ। ਪਰ ਜੇ ਤੁਸੀਂ ਆਪਾਂ ਇਹ ਚੀਜ਼ ਖਾ ਰਹੇ ਹਾਂ ਹਲਵਾ, ਇਹ ਨਹੀਂ ਜੇ ਮੋਟਾਪਾ ਘਟਾਏਗੀ। ਇਹ ਤਾਂ ਸਿਰਫ ਬੱਚਿਆਂ ਨੂੰ ਉਹ ਕਿਸੇ ਹੀ ਤਰੀਕੇ ਖੁਰਾਕ ਉਹਨਾਂ ਨੂੰ ਵਧੀਆ ਚਲੀ ਜਾਵੇ, ਜਾਂ ਕੁਝ ਗੈਸਟਸ ਆਏ ਨੇ, ਤੁਸੀਂ ਇਹ ਚੀਜ਼ ਨਿਊਟ੍ਰੀਸ਼ੀਅਸ ਦੇ ਸਕਦੇ ਹੋ ਜਿਸ ਨਾਲ ਤੁਹਾਡਾ ਫਾਇਦਾ ਹੋਏਗਾ। ਹੁਣ ਕਮਾਲ ਇਹ ਦੇਖੋ ਕਿ ਜਿਹੜਾ ਗਰਭਵਤੀ ਔਰਤਾਂ ਤੇ ਵੀ ਇਹ ਖੋਜ ਹੋਈ ਜੇ ਜੀ। ਹਾਂ, ਉਹਦੇ ਵਿੱਚ ਕੁਝ ਹਜ਼ਾਰ ਸਨ, ਐਗਜ਼ੈਕਟ ਫਿਗਰ ਮੈਨੂੰ ਨਹੀਂ ਯਾਦ ਰਿਹਾ, ਜਿਨ੍ਹਾਂ ਲਈ 60 ਦਿਨਾਂ ਤੱਕ ਉਹਨਾਂ ਨੂੰ ਤਾਜ਼ੀਆਂ ਕੱਚੀਆਂ ਕਾਲੀਆਂ ਗਾਜਰਾਂ ਲਗਭਗ 100 ਗ੍ਰਾਮ ਰੋਜ਼ ਖਾਣ ਨੂੰ ਦਿੱਤੀਆਂ ਗਈਆਂ। ਕਾਲੀਆਂ ਗਾਜਰਾਂ ਕਿਹੜੀਆਂ ਹੁੰਦੀਆਂ ਜੀ? ਇੱਕ ਤਾਂ ਆਪਣੇ ਲਾਲ ਆਮ ਜਿਹੜੀਆਂ ਸਰਦੀਆਂ ਚ ਆਉਂਦੀਆਂ ਨੇ ਉਹ ਹੋ ਗਈਆਂ, ਬਾਅਦ ਚ ਹਾਂਜੀ, ਜਿਨ੍ਹਾਂ ਨਹੀਂ, ਨੂੰ ਇਹ ਅਮਰੀਕਨ ਕਾਲੇ ਗਾਜਰਾਂ ਰੰਗ ਜੀਆਂ ਦੀ, ਕਹਿ ਦਿੰਦੇ ਆ। ਇਹਨੂੰ ਨਾ ਹੀ ਕਾਲੀ ਗਾਜਰ ਜੇ, ਇਹਨੂੰ ਕਾਲੀ ਗਾਜਰ ਹੀ, ਰੰਗ ਵੀ ਇਹਦਾ ਕਾਲਾ ਹੀ ਹੁੰਦਾ ਜੇ, ਜਾਮਨੀ ਕਾਲਾ ਜਿਹਾ। ਸੋ ਇਹ ਨਾਮ ਹੀ, ਤੁਸੀਂ ਜੇ ਕਹੋ ਬਾਜ਼ਾਰੋਂ ਵੀ ਜੇ ਲੈਣੀ ਹੋਏ, ਤੁਸੀਂ ਇਸੇ ਤਰ੍ਹਾਂ ਹੀ ਕਹਿੰਦੇ ਹੋ ਵੀ ਕਾਂਜੀ, ਕਿਉਂਕਿ ਉਹ ਪੀਣ ਦੀ ਜਿਹੜੀ ਹੈਗੀ ਆ ਉਹਦਾ ਨਾਮ ਹੀ ਹੈ ਕਾਂਜੀ ਵਾਲੀ ਕਾਲੀ ਗਾਜਰ, ਦੇ ਦਿਓ ਤੁਹਾਨੂੰ ਮਿਲ ਜਾਂਦੀ ਹੈ ਜੀ। ਸੋ ਇਹਦੀ ਇਹ ਦੇਖਣ ਵਿੱਚ ਆਇਆ ਜਦੋਂ 60 ਦਿਨਾਂ ਤੱਕ ਗਰਭਵਤੀ ਔਰਤਾਂ ਨੂੰ ਇਹ ਤਾਜ਼ੀਆਂ ਕੱਚੀਆਂ ਕਾਲੀਆਂ ਗਾਜਰਾਂ 100 ਗ੍ਰਾਮ ਦੇ ਕਰੀਬ ਰੋਜ਼ ਦਿੱਤੀਆਂ ਗਈਆਂ ਜੀ। ਇਹ ਦੇਖਿਆ ਕਿ ਬਿਨਾਂ ਦਵਾਈ ਦੇ ਉਹਨਾਂ ਵਿੱਚ ਜਿਨ੍ਹਾਂ ਚ ਵਿਟਾਮਿਨ ਏ ਦੀ ਕਮੀ ਸੀ, ਸਿਰਫ ਇਹੀ ਖਾਣ ਨਾਲ ਪੂਰੀ ਹੋ ਗਈ ਜੀ। ਯਾਨੀ ਕਮਾਲ ਦੀ ਇਹਦਾ ਅਸਰ ਦਿਸਿਆ। ਹੁਣ ਇਹ ਮੈਂ ਪਹਿਲਾਂ ਦੱਸ ਦਿਆਂ ਵੀ ਇਹ ਨਾ ਹੋਏ ਇਹ ਪ੍ਰੋਗਰਾਮ ਸੁਣਨ ਬਾਅਦ ਲੋਕ ਗਾਜਰਾਂ ਦੀ ਬੋਰੀ ਲੈ ਆਣ, ਕਿਉਂਕਿ ਇਹ ਜੇ ਕੱਚੀਆਂ ਖਾਣੀਆਂ ਜੇ ਤਾਂ 4 ਹਫ਼ਤਿਆਂ ਤੱਕ ਤਾਂ ਦਵਾਈ ਦੀ ਤੌਰ ਤੇ ਜ਼ਰੂਰ ਵਰਤੀ ਜਾ ਸਕਦੀ ਹੈ। ਪਰ ਉਸ ਤੋਂ ਬਾਅਦ ਇਹ, ਕਿਉਂਕਿ ਜੇ ਐਕਸੈਸ ਕਰ ਲੈਂਦੇ ਆ ਤਾਂ ਚਮੜੀ ਪੀਲੀ ਪੈ ਸਕਦੀ ਹੈ, ਦੰਦਾਂ ਤੇ ਰੰਗ ਚੜ ਸਕਦਾ ਹੈ। ਬਿਲਕੁਲ, ਮੈਂ ਇਸੇ ਲਈ ਇਹ ਵੀ ਦੱਸ ਦਿਆਂ ਕਿ ਕੁਝ ਕੁ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਅਲਰਜੀਜ਼ ਨੇ, ਮਿਸਾਲ ਵਜੋਂ ਗਾਜਰ ਤੋਂ ਜਾਂ ਸ਼ਕਰਕੰਦੀ ਤੋਂ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਜਿਨ੍ਹਾਂ ਨੂੰ ਅਲਰਜੀ ਹੈ, ਉਹਨਾਂ ਨੂੰ ਇਹਦੇ ਤੋਂ ਵੀ ਹੋ ਸਕਦੀ ਹੈ। ਸੋ ਪਹਿਲੇ ਦਿਨ ਥੋੜਾ ਪੀਸ ਲੈ ਕੇ ਖਾ ਕੇ ਦੇਖ ਲਓ, ਜੇ ਅਲਰਜੀ ਨਹੀਂ ਹੈ ਤਾਂ ਫਿਰ ਇਹ ਤੁਸੀਂ ਰੈਗੂਲਰ ਵਰਤ ਸਕਦੇ ਹੋ, ਪਰ ਜੇ ਅਲਰਜੀ ਹੈ ਫਿਰ ਇਹਨੂੰ ਲੈਣੀ ਠੀਕ ਨਹੀਂ ਹੈ। ਹੁਣ ਇਹਦੇ ਵਿੱਚ ਈਵਨ ਜਿਹੜੀ ਲੇਟੈਸਟ ਮੈਂ ਤੁਹਾਨੂੰ ਦੱਸ ਦਿਆਂ ਕਿ ਕੁਝ ਇਸ ਵੇਲੇ ਜਿਨ੍ਹਾਂ ਨੂੰ ਆਦਤ ਹੋਵੇ ਵੀ ਸ਼ਾਮ ਨੂੰ ਮੈਂ 1 ਪੈਗ ਲੈਣਾ ਹੀ ਲੈਣਾ ਜਾਂ ਨਹੀਂ ਮੈਂ ਰੁਕ ਸਕਦਾ, ਤੇ ਕੋਈ ਲਿਵਰ ਦਾ ਡੈਮੇਜ ਸਟਾਰਟ ਹੋਇਆ, ਉਹਨਾਂ ਨੂੰ ਇਸ ਵੇਲੇ ਡਾਕਟਰ ਇਹਦੇ ਉੱਤੇ ਸ਼ਿਫਟ ਕਰਨ ਦੀ ਗੱਲ ਕਰ ਰਹੇ ਨੇ, ਕਿਉਂਕਿ ਲਗਭਗ ਉਸ ਤਰ੍ਹਾਂ ਦਾ ਟੈਂਗੀ ਜਿਹਾ ਫਲੇਵਰ ਇਹਦਾ ਹੋ ਜਾਂਦਾ ਹੈ। ਸੋ ਉਹਨੂੰ ਉਹੀ ਗਾਜਰਾਂ ਦੀ ਗਿਣਤੀ ਵਧਾ ਕੇ ਜੇ ਤੁਸੀਂ ਇੰਜੀ ਬਣਾ ਲਵੋ ਕਾਂਜੀ, ਤਾਂ ਉਹ ਇੱਕ ਸ਼ਰਾਬ ਨੂੰ ਛੱਡਣ ਦੇ ਲਈ ਵੀ ਬਹੁਤ ਸਾਰੇ ਡਾਕਟਰ ਇਸ ਪਾਸੇ ਨੂੰ ਲੋਕਾਂ ਨੂੰ ਤੋਰ ਰਹੇ ਨੇ, ਜਿਹਦੇ ਨਾਲ ਕਾਫੀ ਬੈਨੀਫਿਟ ਤੁਸੀਂ ਦੇਖੋ ਕਿ ਉਹਨਾਂ ਦੀ ਡੈਮੇਜ ਹੋਏ ਲਿਵਰ ਦੀ ਰਿਕਵਰੀ ਵੀ ਦੇਖੀ ਜਾ ਰਹੀ ਹੈ। ਇੰਨਾ ਇਹ ਪਾਵਰਫੁਲ ਇਹਦਾ ਇਫੈਕਟ ਦੇਖਿਆ ਜਾ ਰਿਹਾ ਸੀ। ਜਿੱਥੋਂ ਤੱਕ ਕੈਂਸਰ ਦੇ ਕੁਝ ਮੈਂ ਜਿਵੇਂ ਦੱਸ ਦਿਆਂ, ਹਾਲੇ ਤੱਕ ਜਿੰਨੀਆਂ ਵੀ ਖੋਜਾਂ ਹੋਈਆਂ ਨੇ ਉਹਨਾਂ ਵਿੱਚੋਂ ਇੱਕ ਵੀ ਅਜਿਹੀ ਨਹੀਂ ਜਿਹੜੀ ਇਹ ਪ੍ਰੂਵ ਕਰ ਸਕੀ ਹੋਵੇ ਕਿ ਇਹ ਕੋਈ ਕੈਂਸਰ ਕਿਉਰ ਵਰਗੀ ਚੀਜ਼ ਹੈ। ਬਿਲਕੁਲ ਨਹੀਂ ਹੈ। ਇਹਦੇ ਨਾਲ ਸਿਰਫ ਤੁਹਾਡੀ ਬਾਡੀ ਇਮਿਊਨਿਟੀ ਤਗੜੀ ਹੋ ਜਾਂਦੀ ਹੈ, ਜਿਸ ਨਾਲ ਤੁਹਾਡੀ ਕੈਂਸਰ ਦੇ ਸੈੱਲਾਂ ਨਾਲ ਜੋ ਜੰਗ ਵਿੱਢੀ ਹੁੰਦੀ ਹੈ ਬਾਡੀ ਨੇ, ਉਹਦੇ ਵਿੱਚ ਮਦਦ ਮਿਲ ਜਾਂਦੀ ਹੈ। ਯਾਨੀ ਤੁਹਾਨੂੰ ਟੈਂਪਰੇਰੀ ਬੈਨੀਫਿਟ ਦੇ ਸਕਦਾ ਜੇ। ਬਾਕੀ ਖੋਜਾਂ ਹਾਲੇ ਜਾਰੀ ਨੇ ਕਿ ਇਹਦੇ ਵਿੱਚ, ਕਿਉਂਕਿ ਜੋ ਐਂਥੋਸਾਇਨਿਨ ਮੈਂ ਗੱਲ ਕੀਤੀ ਹੈ ਉਹ ਕਈ ਕਿਸਮਾਂ ਦੇ ਕੈਂਸਰ ਵਿੱਚ ਕਾਫੀ ਜ਼ਿਆਦਾ ਅਸਰਦਾਰ ਦਿਸਿਆ ਕਿ ਲਾਈਫ ਪ੍ਰੋਲੋਂਗ ਕਰ ਦਿੰਦਾ ਹੈ, ਉਹਨਾਂ ਦੇ ਸੈੱਲ, ਕੈਂਸਰ ਸੈੱਲਾਂ ਦੀ ਸਪੀਡ ਵਧਾਉਣ ਵਿੱਚ ਰੋਕ ਦਿੰਦਾ ਹੈ। ਯਾਨੀ ਇਹੋ ਜਿਹੀ ਚੀਜ਼ਾਂ ਨਜ਼ਰੀ ਆਈਆਂ ਹੋਈਆਂ ਨੇ। ਸੋ ਇਸੇ ਕਰਕੇ ਜੇ ਖੋਜਾਂ ਹੋਰ ਜਾਰੀ ਨੇ
ਕਿ ਕਿਹੜੇ ਖਾਸ ਕਿਸਮ ਦੇ ਵੱਖੋ ਵੱਖਰੇ ਕੈਂਸਰਸ ਦੇ ਪੇਸ਼ੈਂਟਸ ਨੂੰ ਇਹ ਟਰਾਈ ਕੀਤਾ ਜਾ ਰਿਹਾ ਹੈ, ਕਿਵੇਂ ਦਾ ਉਹਨਾਂ ਦੀ ਬੈਨੀਫਿਟ, ਕਿਵੇਂ ਦਾ ਰਿਸਪੌਂਸ, ਉਹਨਾਂ ਦੇ ਟੈਸਟਾਂ ਦੇ ਵਿੱਚ ਕਿੰਨੀ ਕੁ ਤਬਦੀਲੀ, ਕਿਉਂਕਿ ਟ੍ਰੀਟਮੈਂਟ ਉਹੀ ਜਾਰੀ ਹੁੰਦੀ ਹੈ, ਸਿਰਫ ਉਹਦੇ ਨਾਲੋਂ ਨਾਲ ਤੁਸੀਂ ਹੋਰ ਜਦੋਂ ਐਡ ਆਨ ਕਰਦੇ ਹੋ। ਉਹਨਾਂ ਵਿੱਚ ਦੇਖਿਆ ਕਿ ਚੜ੍ਹਦੀ ਕਲਾ ਦਾ ਅਹਿਸਾਸ, ਇੱਕ ਪੋਜ਼ਿਟਿਵ ਐਟੀਟਿਊਡ, ਤੇ ਨਾਲੋਂ ਨਾਲ ਜਿਵੇਂ ਉਸ ਹਾਲਤ ਵਿੱਚ ਵੀ ਸਰੀਰਕ ਕਮਜ਼ੋਰੀ ਦਾ ਘਟਣਾ, ਏਦਾਂ ਦੀ ਜੋ ਫਰਕ ਦਿਸਿਆ, ਤੇ ਜਿਸ ਨਾਲ ਲੌਂਗੇਵਿਟੀ ਆਫ ਲਾਈਫ ਜੇ ਆਪਾਂ ਕੋਲ ਹੋਵੇ, ਕਿਸੇ ਕੋਲ 3 ਮਹੀਨੇ ਨੇ, ਜੇ ਉਹਨੂੰ 9 ਮਹੀਨੇ ਵੀ ਮਿਲ ਜਾਂਦੇ ਨੇ ਹੋਰ ਜ਼ਿੰਦਗੀ ਦੇ, ਤੇ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਇੱਕ ਪੋਜ਼ਿਟਿਵ ਐਟੀਟਿਊਡ ਨਾਲ ਜੇ ਅਸੀਂ ਕੋਈ ਵੀ ਖੁਰਾਕ ਖਾਂਦੇ ਹਾਂ, ਉਹ ਹਮੇਸ਼ਾ ਉਹਦੇ ਫਾਇਦੇ ਮਿਲਦੇ ਨੇ। ਜੇ ਰੋ ਕੇ ਜਾਂ ਢਹਿੰਦੀ ਕਲਾ ਵਿੱਚ ਅਸੀਂ ਲੈਂਦੇ ਹਾਂ ਤਾਂ ਉਹੀ ਖੁਰਾਕ ਸਾਨੂੰ ਫਾਇਦਾ ਨਹੀਂ ਦਿੰਦੀ। ਇੱਕ ਬਹੁਤ ਅਹਿਮ ਗੱਲ, ਕਿਉਂਕਿ ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਸੁਣਿਆ ਜਾਂਦਾ, ਆਮ ਹੀ ਤੁਹਾਡੇ ਪ੍ਰੋਗਰਾਮ ਬਾਅਦ ਸ਼ਾਇਦ ਮੇਰੇ ਨਾਲ ਬਹੁਤਿਆਂ ਨੂੰ ਸ਼ਿਕਾਇਤ ਹੋਏਗੀ ਕਿ ਇਹ ਸਾਨੂੰ ਫੋਨਾਂ ਤੇ ਸਲਾਹ ਨਹੀਂ ਦਿੰਦੀ। ਮਜਬੂਰੀ ਹੈ ਜੀ, ਕੀ ਕਰੋਗੇ? ਸੁਣ, ਇੱਥੇ ਅੱਜ ਸਲਾਹ ਲੈ ਲਓ ਜੀ, ਆ ਹੁਣ 5-7 ਮਿੰਟਾਂ ਜਿੰਨੀਆਂ ਕਾਲਾਂ ਕਰਨੀਆਂ ਕਰ ਲਓ ਜੀ। ਪਰ ਜਦੋਂ ਫੋਨ ਤੇ ਦੇਖੋ, ਹੁਣ ਕੁਛ ਵੀਰ ਜਾਂ ਭੈਣਾਂ ਗੱਲ ਕਰਨਗੇ ਕਿ ਸਾਨੂੰ 23 ਸਾਲ ਪੁਰਾਣਾ ਰੋਗ ਹੈ, ਤੁਸੀਂ ਫਟਾਫਟ ਸਾਨੂੰ ਲਿਖਾ ਦਿਓ ਕਿਹੜੀ ਖੁਰਾਕ ਖਾਈਏ। ਇਸ ਤਰ੍ਹਾਂ ਨਹੀਂ ਹੁੰਦਾ। ਇੱਕ ਕਾਲੀ ਗਾਜਰ ਦਾ ਹੀ ਜਿਹਦਾ ਅੱਜ ਜ਼ਿਕਰ ਕਰ ਰਹੇ ਆ, ਇੱਕ ਨੂੰ ਹੋ ਸਕਦਾ ਕਮਾਲ ਦਾ ਅਸਰ ਦਿਖਾਏ, ਦੂਜੇ ਦੀ ਬੋਡੀ ਤੇ ਹੋ ਸਕਦਾ ਉਹਦੇ ਅੰਦਰ ਕੋਈ ਹੋਰ ਰੋਗ ਜਾਂ ਐਬਜ਼ੌਰਪਸ਼ਨ ਅੰਤੜੀਆਂ ਚ ਓਨੀ ਨਾ ਹੋ ਰਹੀ ਹੋਵੇ, ਜਾਂ ਕੁਛ ਵੀ ਹੋਣ ਕਾਰਨ, ਜਾਂ ਕਿੰਨਾ ਡਿਗਰੀ ਦਾ ਉਹਦਾ ਰੋਗ ਵਧਿਆ ਪਿਆ, ਉਹਦੇ ਹਿਸਾਬ ਨਾਲ ਪਹਿਲਾਂ ਦਵਾਈ ਦੇਣੀ ਪੈ ਸਕਦੀ ਹੈ। ਉਹ ਕਿਉਰੇਬਲ ਵਾਲੀ ਚੀਜ਼ ਤੋਂ ਲੋਕ ਸੋਚਦੇ ਨੇ ਜਾਦੂ ਟੂਣਾ ਹੋ ਗਿਆ, ਅੱਜ ਗਾਜਰ ਖਾ ਲਈ, ਨਹੀਂ ਹੁੰਦਾ। ਇਹ ਕੁਦਰਤੀ ਖੁਰਾਕ ਦਾ ਅਸਰ ਸਹਿਜੇ ਸਹਿਜੇ ਹੋਇਆ ਕਰਦਾ। ਉਹ ਵੀ ਇੱਕ ਅਸੀਂ ਢੰਗ ਭੁੱਲ ਗਏ ਹਾਂ ਭਾਜੀ। ਹੁਣ ਤਾਂ ਲੇਟੈਸਟ ਰਿਸਰਚ ਹੀ ਏਡੀ ਕਮਾਲ ਦੀ ਆ ਰਹੀ ਹੈ ਕਿ ਖਾਣ ਤੋਂ ਪਹਿਲਾਂ ਜੇ ਇੱਕ ਪਲ ਲਈ ਹੱਥ ਜੋੜ ਕੇ ਮਨ ਦੇ ਵਿੱਚ ਸਿਰਫ ਸ਼ੁਕਰਾਨਾ ਕਰਕੇ, ਸ਼ੁਕਰ ਹੈ, ਅਸੀਂ ਇਹ ਐਗਜ਼ੈਕਟ ਇਹ ਰਿਸਰਚ ਦੇ ਵਿੱਚ ਆਇਆ ਕਿ ਉਹੀ ਖਾਣਾ ਜੋ ਤੁਸੀਂ ਖਾ ਰਹੇ ਹੋ, ਭਾਵੇਂ ਸੁੱਕੀ ਰੋਟੀ ਹੋਈ ਹੋਏ, ਉਹ ਸ਼ੁਕਰਾਨਾ ਕਰਦੇ ਸਾਰ ਸਾਡੀ ਬੋਡੀ 'ਚ ਇਹੋ ਜਿਹੇ ਐਂਡੋਰਫਿਨ ਨਿਕਲ ਜਾਂਦੇ ਨੇ, ਚੰਗਾ ਸਾਨੂੰ ਮਹਿਸੂਸ ਕਰਵਾਉਂਦੇ ਨੇ, ਜੋ ਉਹੀ ਖੁਰਾਕ ਸਾਨੂੰ ਉਹਦੇ ਅੱਛੇ ਤੱਤ 3 ਜਾਂ 4 ਗੁਣਾ ਹੋ ਕੇ ਲੱਗਣ ਲੱਗ ਜਾਂਦੇ ਨੇ। ਸੋ ਉਹ ਚੀਜ਼ਾਂ ਅਸੀਂ ਭੁਲਾ ਦਿੱਤੀਆਂ। ਸਾਨੂੰ ਹੁਣ ਹੁੰਦਾ ਵੀ ਕਾਰ 'ਚ ਬੈਠੇ ਆ ਅਸੀਂ ਤਾਂ ਜੀ, ਤੁਰਦੇ ਤੁਰਦੇ ਰਾਹ 'ਚ ਹੀ ਉਹ ਲੈਣਾ, ਜੇ ਅਸੀਂ ਖੜੇ ਵੀ ਨਹੀਂ ਹੋਣਾ। ਸੋ ਉਹ ਵਾਕ ਥਰੂ ਵਿੱਚੋਂ ਹੀ ਲੈ ਲਓ ਤੇ ਚਲੋ ਜੀ, ਲੈ ਕੇ ਉੱਡਦੇ ਬਣੋ ਤੇ ਖਾਂਦੇ ਖਾਂਦੇ ਤੁਸੀਂ ਨਾਲ ਨਾਲ। ਇਹ ਚੀਜ਼ਾਂ ਅਸਲ 'ਚ ਸਾਡਾ ਨਾਸ ਮਾਰ ਰਹੀਆਂ ਨੇ। ਸਾਡੇ ਜਿੱਥੇ ਰਿਸ਼ਤਿਆਂ 'ਚ ਫਿੱਕ ਪੈਂਦੀ ਹੈ, ਉੱਥੇ ਖੁਰਾਕ 'ਚੋਂ ਜੋ ਫਾਇਦਾ ਲੈਣਾ ਹੁੰਦਾ ਅਸੀਂ ਉਹ ਪੂਰਾ ਲੈਂਦੇ ਨਹੀਂ। ਸੋ ਜਿੰਨਾ ਚਬਾ ਕੇ ਧਰਮੇ ਨਾਲ ਖਾਣਾ ਖਾਧਾ ਜਾਏ, ਜਾਂ ਤੁਸੀਂ ਜੇ ਕਾਂਜੀ ਵੀ ਲੈ ਰਹੇ ਹੋ ਤਾਂ ਗਿਲਾਸ ਢੀਕ ਲਾ ਕੇ ਨਹੀਂ ਪੀਣਾ ਹੁੰਦਾ, ਘੁੱਟ ਘੁੱਟ ਕਰਕੇ ਉਹਦਾ ਆਨੰਦ ਲੈ ਕੇ ਥੋੜਾ ਜਿਹਾ ਪੀਆਂਗੇ, ਥੋੜਾ ਟਾਈਮ ਲਾਓ 10 ਮਿੰਟ 12 ਮਿੰਟ, ਤਾਂ ਉਹ ਤੁਹਾਨੂੰ ਜ਼ਿਆਦਾ ਅਸਰ ਦਿੰਦਾ ਜੇ। ਬਿਲਕੁਲ ਇਸੇ ਤਰ੍ਹਾਂ ਜ਼ਿਆਦਾ ਚਬਾ ਕੇ ਖਾਧਾ ਖਾਣਾ, ਉਹਦੇ ਵਿੱਚ ਸਾਡੇ ਕੁਦਰਤੀ ਜੋ ਰਸ ਨਿਕਲਦੇ ਨੇ ਹਾਜ਼ਮੇ ਵਾਲੇ, ਉਹ ਵੀ ਵਧੀਆ ਨਿਕਲਦੇ ਨੇ। ਤੇ ਉਹ ਚਿੱਥੀ ਹੋਈ ਚੀਜ਼ ਜਦੋਂ ਜਾਂਦੀ ਹੈ, ਉਹਨਾਂ ਕੰਮ ਢਿੱਡ ਨੂੰ ਵੀ ਘੱਟ ਕਰਨਾ ਪੈਂਦਾ, ਉਹ ਰੋਟੀ ਹਜ਼ਮ ਵੀ ਛੇਤੀ ਹੁੰਦੀ ਹੈ, ਤੁਹਾਡੇ ਢਿੱਡ ਲਈ ਵੀ ਨਰਮ ਜਿਹੀ ਮਹਿਸੂਸ ਹੁੰਦੀ ਹੈ। ਹਰਮੇਲ ਸਿੰਘ ਧਾਰੀਵਾਲ ਕਹਿੰਦੇ ਜੀ, ਜਦੋਂ ਕਹਿੰਦੇ ਆਪਾਂ ਲਾਲ ਗਾਜਰਾਂ ਪੱਟਦੇ ਹਾਂ ਤਾਂ ਵਿੱਚ ਜਾਮਣੀ ਰੰਗ ਦੀਆਂ ਗਾਜਰਾਂ ਵੀ ਹੁੰਦੀਆਂ, ਸ਼ਾਇਦ ਕਹਿੰਦੇ ਉਹੀ ਹਨ। ਤੇ ਆਪਾਂ ਨਾਲ ਦੀ ਨਾਲ ਖਾਲਸਾ ਜੀ ਦੀ ਵੀ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਖਾਲਸਾ ਜੀ। ਹਾਂਜੀ, ਕੌਮ ਦਾ ਮਾਣ ਡਾਕਟਰ ਬੀਬੀ ਹਰਸ਼ਿੰਦਰ ਕੌਰ ਜੀ ਤੇ ਆਪਣੇ ਆਗੂ ਪੱਤਰਕਾਰ ਜਿਹੜੇ ਦਾਨੇਵਾਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਡਾਕਟਰ ਸਾਹਿਬ ਦਾ ਧੰਨਵਾਦ ਕਿ ਇਹ ਨੁਸਖੇ ਦੱਸ ਕੇ ਲੋਕਾਂ ਨੂੰ ਜੀਉਣ ਦਾ ਢੰਗ ਦੱਸ ਰਹੇ ਆ। ਪਰ ਮੇਰਾ ਸਵਾਲ ਇੱਕ ਮੋਟਾ ਜਿਹਾ ਕਿ ਕੈਮੀਕਲ ਖਾਦਾਂ ਵਰਤੀਆਂ ਹੋਈਆਂ ਤੇ ਪੈਸਟੀਸਾਈਡ ਵਰਤੀ ਹੋਈ, ਉਹ ਜਿਹੜਾ ਕੁਝ ਧਰਤੀ ਚੋਂ ਨਿਕਲ ਕੇ ਆਪਾਂ ਖਾਂਦੇ ਆ, ਉਹਦਾ ਅਸਰ ਕਿੰਨਾ ਕੁ ਸਹੀ ਹੋਊਗਾ ਜਾਂ ਨਹੀਂ ਹੋਊਗਾ, ਉਹ ਦੱਸਿਓ। ਬਹੁਤ ਤੁਹਾਡਾ ਧੰਨਵਾਦ ਜੀ। ਖਾਲਸਾ ਜੀ, ਕਮਾਲ ਹੀ ਕੀਤੀ ਜੇ ਤੁਸੀਂ, ਮੇਰੀ ਦੁੱਖ ਦੀ ਰਗ ਤੇ ਨਾ ਹੱਥ ਰੱਖ ਦਿੱਤਾ ਹੈ।
ਪਹਿਲਾ ਜਵਾਬ ਦੇ ਦਈਏ ਕਿ ਬਿਲਕੁਲ ਜੋ ਕਾਲੀਆਂ ਤੁਹਾਡੀਆਂ ਲਾਲ ਗਾਜਰਾਂ ਵਿੱਚ ਜੋ ਜਾਮਨੀ ਜਿਹੀਆਂ ਨਿਕਲਦੀਆਂ ਨੇ ਉਹੀ ਉਹ ਰਲਵਾ ਮਿਲਵਾ ਯਾਨੀ ਬੀਜ ਆ ਗਿਆ ਜਿਹਦੇ ਵਿੱਚ ਤੁਹਾਡਾ ਆ ਰਿਹਾ। ਜਿਹੜੀ ਪਿਓਰ ਕਾਲੀ ਗਾਜਰ ਹੁੰਦੀ ਜੇ ਉਹ ਗਾੜੀ ਜਾਮਨੀ ਰੰਗ ਦੀ ਹੁੰਦੀ ਜੇ, ਬਿਲਕੁਲ ਉਹੀ ਜੇ। ਦੂਸਰੀ ਗੱਲ, ਪੈਸਟੀਸਾਈਡਸ ਨੇ ਜੋ ਨਾਸ ਮਾਰਿਆ, ਮੇਰਾ ਖਿਆਲ ਹੈ ਭਾਜੀ ਜੇ ਨੈਕਸਟ ਟਾਈਮ ਆਪਾਂ ਪੂਰਾ ਵੀ ਇਹਦੇ ਤੇ ਕਾਲ ਕਰਾਂਗੇ, ਉਸ ਤੋਂ ਪਹਿਲਾਂ ਮੈਂ ਥੋੜੀ ਜੀ ਗੱਲ ਜ਼ਰੂਰ ਦੱਸ ਦਿਆਂ ਕਿ ਜਿੰਨਾ ਕੁ ਅਸੀਂ ਪੈਸਟੀਸਾਈਡਸ ਨਾਲ ਨਾਸ ਮਾਰਿਆ, ਸਾਡੇ ਇਸ ਵੇਲੇ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਿੱਚ ਵੀ ਉਹਦੇ ਦਿਮਾਗ ਦੇ ਵਿਕਾਸ ਵਿੱਚ ਨੁਕਸ ਦੇਖਿਆ ਜਾ ਚੁੱਕਿਆ। ਜੰਮਣ ਤੋਂ ਬਾਅਦ ਗੁਰਦਿਆਂ ਤੇ ਅਸਰ, ਦਿਲ ਦੇ ਉੱਤੇ, ਫੇਫੜਿਆਂ ਤੇ, ਦਿਮਾਗ ਉੱਤੇ, ਉਹਦਾ ਅੱਗੋਂ ਜਾ ਕੇ ਲਿਖਣ ਪੜ੍ਹਨ ਚ, ਯਾਦਾਸ਼ਤ ਪਿੱਛੇ, ਜ਼ਿੱਦੀ, ਕਈ ਤਰ੍ਹਾਂ ਦੇ ਕੈਂਸਰ ਹੋਣੇ, ਹੱਥ ਪੈਰ ਕੰਬਣ ਲੱਗ ਜਾਣੇ, ਲਿਖਾਈ ਵਿਗੜ ਜਾਣੀ, ਅਨੇਕ ਕਿਸਮਾਂ ਦੇ ਅਸੀਂ ਰੋਗ ਦੇਖ ਚੁੱਕੇ ਹਾਂ ਜਿਨ੍ਹਾਂ ਵਿੱਚ ਛੋਟੇ ਬੱਚੇ ਨੂੰ ਹੀ ਕੈਂਸਰ ਹੋਣੇ। ਇਹ ਬਹੁਤ ਜ਼ਿਆਦਾ ਅਸੀਂ ਜ਼ਹਿਰ ਜੋ ਆਪਣੀ ਨਸਲ ਨੂੰ ਖਤਮ ਕਰਨ ਵੱਲ ਤੁਰੇ ਆ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਜਿਹੜੇ ਮੇਰੇ ਲਈ ਵੀ ਬੜੀ ਪਿਆਰ ਤੇ ਮੁਹੱਬਤ ਨਾਲ ਲਿਆਉਂਦੇ ਨੇ। ਅਸੀਂ ਇਹ ਘਰ ਵਿੱਚ ਵੱਖ ਕਣਕ ਬੀਜੀ ਸੀ ਜਿਹਦੇ ਉੱਤੇ ਸਪਰੇਅ ਨਹੀਂ ਕੀਤਾ, ਆਪਣੇ ਲਈ ਬੀਜੀ, ਅਸੀਂ ਉਹਦੇ ਚੋਂ ਤੁਹਾਨੂੰ ਪਿਆਰ ਮੁਹੱਬਤ ਨਾਲ ਦੇਣ ਆਏ ਆ। ਦਿਲੋਂ ਸ਼ੁਕਰੀਆ ਉਹਨਾਂ ਦਾ ਜੋ ਇੰਨਾ ਪਿਆਰ ਜਤਾਉਂਦੇ ਨੇ। ਪਰ ਮੈਂ ਉਹਨਾਂ ਨੂੰ ਥੋੜਾ ਜਿਹਾ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਕੁਦਰਤ ਇਹੋ ਜਿਹਾ ਵਿਤਕਰਾ ਨਹੀਂ ਕਰਦੀ। ਤੁਸੀਂ ਛਿੜਕਾਅ ਉੱਪਰ ਜਦੋਂ ਕੀਤਾ ਹੁੰਦਾ ਜਾਂ ਨਹੀਂ ਕੀਤਾ ਹੁੰਦਾ, ਉਹ ਛਿੜਕਾਅ ਥੱਲੇ ਜਾਂਦਾ ਜੇ ਧਰਤੀ ਦੇ ਵਿੱਚ, ਉੱਥੋਂ ਹੀ ਪਾਣੀ ਰਾਹੀਂ ਖਿੱਚ ਕੇ ਇਹ ਚੀਜ਼ਾਂ ਬਾਹਰ ਆਣੀਆਂ ਜੇ, ਤੇ ਉਹ ਸਾਰੀਆਂ ਲਬਾਲਬ ਹੁੰਦੀਆਂ ਜੇ ਜਿੰਨਾ ਮਰਜ਼ੀ ਛਿੜਕਾਅ ਕੀਤਾ ਜਾਂ ਨਾ ਕੀਤਾ। ਪਰ ਧਰਤੀ ਸਾਰੀ ਜਦੋਂ ਅਸੀਂ ਜ਼ਮੀਨ ਉਸੇ ਤਰ੍ਹਾਂ ਜ਼ਹਿਰੀਲੀ ਕਰ ਦਿੱਤੀ ਹੈ, ਉਸੇ ਸਦਕਾ ਸਾਡੇ ਪੰਜਾਬੀਆਂ ਵਿੱਚ ਇਸ ਵੇਲੇ ਜੋ ਸਾਡੀ ਨੈਸ਼ਨਲ ਅਸੀਂ ਦੱਸ ਰਹੇ ਹਾਂ ਸਰਵੇ ਜਿਹੜੇ ਕਰਾ ਕੇ ਕਿ ਸਾਡੇ ਚ ਕੈਂਸਰ ਹਰ ਸਾਲ 12 ਤੋਂ 14% ਵਧੀ ਤੁਰੀ ਜਾ ਰਿਹਾ ਜੇ। ਕਾਰਨ ਇਹੋ ਕਿ ਅਸੀਂ ਇਹ ਕੁਦਰਤੀ ਖੇਤੀ ਤੋਂ ਪਰਾਂ ਹੋ ਕੇ ਫਿਰ ਆਪਣੀ ਜੋ ਜੈਨੇਟਿਕ ਚੇਂਜਸ ਲਿਆ ਕੇ ਆਪਣੀ ਤਸੱਲੀ ਲਈ, ਸਾਡੀ ਖਾਦ ਘੱਟ ਲੱਗੇ ਜੀ, ਸਾਨੂੰ ਜੈਨੇਟਿਕ ਚੇਂਜ ਲਿਆ ਦਿਓ, ਕੀੜਾ ਨਾ ਲੱਗੇ, ਅਸੀਂ ਤਾਂ ਉਹਨੂੰ ਛੋਟੇ ਕਰ ਦਿਓ, ਹੁਣ ਦਾਣੇ ਝਾੜ ਵੱਧ ਹੋਵੇ ਕਰਨ ਦੇ ਚੱਕਰ 'ਚ ਜੋ ਤਬਦੀਲੀਆਂ ਲਿਆ ਰਹੇ ਹਾਂ। ਅਸੀਂ ਅਮਰੀਕਾ ਕੈਨੇਡਾ 'ਚ ਵੀ ਦੇਖ ਲਿਆ, ਢੇਰਾਂ ਦੇ ਢੇਰ ਬੱਚੇ ਨੇ ਕਣਕ ਦੀ ਐਲਰਜੀ ਤੋਂ। ਇਹ ਚੀਜ਼ਾਂ ਅਲਟੀਮੇਟਲੀ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਇਹ ਇੱਕ ਕੋਵਿਡ ਵੀ ਇੱਕ ਤਗੜਾ ਹੱਲਾ ਸੀ ਕੁਦਰਤ ਵੱਲੋਂ ਦਿਖਾਉਣ ਲਈ, ਭਾਈ ਕੁਦਰਤੀ ਛੇੜਛਾੜ ਬਸ ਕਰੋ, ਇਹ ਇੰਨਾ ਬਰੀਕ ਕੀਟਾਣੂ ਵੀ ਤੁਹਾਡਾ ਨਾਸ ਮਾਰ ਸਕਦਾ। ਅਸੀਂ ਉਹੀ ਚੀਜ਼ਾਂ ਖੁਰਾਕ ਦੇ ਵਿੱਚ ਖਿਲਵਾੜ ਕਰ ਰਹੇ ਹਾਂ ਜਦੋਂ, ਇਹ ਬਹੁਤ ਮਾੜਾ ਵਾਪਸ ਆਉਣ ਵਾਲਾ ਸਮਾਂ ਹੋਣ ਵਾਲਾ ਜੇ। ਅਸੀਂ ਇੰਨੀ ਭਿਆਨਕ ਮੌਤ ਆਪਣੀ ਆਉਣ ਵਾਲੀ ਨਸਲ ਨੂੰ ਦੇਣ ਦੀ ਤਿਆਰੀ ਕਰੀ ਬੈਠੇ ਆ ਕਿ ਅਸੀਂ ਆਪ ਹੀ ਆਪਣਾ ਖਾਤਮੇ ਵੱਲ, ਆਪਣੀ ਹੀ ਨਸਲ ਕੁਸ਼ੀ ਵੱਲ ਵਧਣ ਲੱਗ ਪਏ ਆ। ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੈਂ ਸਵਰਨ ਸਿੰਘ ਦਾਨੇ ਵਾਲੀ ਤਾਂ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ। ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਪਲੀਜ਼ ਕਿਰਪਾ ਕਰਕੇ ਤੁਸੀਂ ਆਪਣੀਆਂ ਫੋਨ ਕਾਲਸ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰੋ। ਸਵਾਲਾਤ ਜਿਹੜੇ ਨੇ ਉਹ ਭੈਣ ਜੀ ਅੱਜ ਤੁਹਾਡੇ ਦੇਣਗੇ। ਪੁਰਾਣੇ ਮਸਲੇ ਭੈਣ ਜੀ ਜ਼ਿਆਦਾ ਕਿਹੜੇ ਸਵਾਲਾਤ, ਕਈ ਵਾਰੀ ਤੁਸੀਂ ਕਹਿ ਦਿੰਦੇ ਵੀ ਅੱਧੀ ਰਾਤ ਨੂੰ ਵੀ ਠਾ ਲੈਂਦੇ ਆ ਕਈ ਵੀਰ, ਉਹਨਾਂ ਨੂੰ ਪਤਾ ਨਹੀਂ ਹੁੰਦਾ ਸਮੇਂ ਦਾ, ਬਾਅਦ 'ਚ ਮਾਫੀ ਵੀ ਮੰਗ ਲੈਂਦੇ, ਨਹੀਂ ਸਾਨੂੰ ਪਤਾ ਹੀ ਨਹੀਂ ਲੱਗਿਆ। ਉਹ ਕਈਆਂ ਦੇ ਉਹ ਵੀ ਸਵਾਲਾਤ ਨੇ, ਉਹਨਾਂ ਦਾ ਵੀ ਆਪਾਂ ਅੱਜ ਜਵਾਬ ਦੇ ਹੀ ਦੇਈਏ ਥੋੜ੍ਹਾ ਜਿਹਾ। ਜੀ ਜ਼ਰੂਰ। ਆਪਾਂ, ਮੇਰਾ ਖਿਆਲ ਹੈ ਕਿ ਤੁਸੀਂ ਬ੍ਰੇਕ ਲੈ ਲਓ ਤੇ ਆਪਾਂ ਫਿਰ ਸਵਾਲਾਂ ਦੇ ਜਵਾਬਾਂ ਤੋਂ ਹੀ ਸ਼ੁਰੂ ਕਰਦੇ ਹਾਂ। ਜੀ ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਇਸ ਦੇ ਨਾਲ ਹੀ ਤੁਹਾਨੂੰ ਸੂਚਨਾ ਦੇ ਦਈਏ ਜੀ, ਬੱਬੂ ਮਾਨ ਹੋਰੀ ਕੈਲਗਰੀ ਦੇ ਵਿੱਚ 15 ਮਈ ਦਿਨ ਐਤਵਾਰ ਨੂੰ ਜੁਬਲੀ ਆਡੀਟੋਰੀਅਮ ਦੇ ਵਿੱਚ ਆਪਣਾ ਸ਼ੋਅ ਕਰਨ ਜਾ ਰਹੇ ਨੇ। ਤੇ ਇਹਨਾਂ ਦੀਆਂ ਟਿਕਟਾਂ ਲੈਣ ਦੇ ਲਈ ਤੁਸੀਂ ਰਜਿੰਦਰ ਸਿੰਘ ਜੀਰਾ ਨਾਲ 4034460222 ਅਤੇ ਖੁਸ਼ ਸਿੱਧੂ ਨਾਲ 4039180152 ਅਤੇ ਸ਼ਰਨ ਬਰਾੜ ਦੇ ਨਾਲ 4039090403 ਦੇ ਉੱਤੇ ਕਾਲ ਕਰਕੇ ਸ਼ੋਅ ਦੀ ਬੁਕਿੰਗ ਕਰਵਾ ਲਓ। ਇਸ ਤੋਂ ਪਹਿਲਾਂ ਕਿ ਟਿਕਟਾਂ ਜਿਹੜੀਆਂ ਨੇ ਤਮਾਮ ਆਕੂਪਾਈ ਹੋ ਜਾਣ ਤੇ ਆਪਣੀਆਂ ਸੀਟ ਰਿਜ਼ਰਵ ਕਰਵਾ ਲਓ ਜੀ। ਭੈਣ ਜੀ, ਅਕਸਰ ਤੁਹਾਨੂੰ ਕਿਹੜੇ ਜ਼ਿਆਦਾ ਆਪਾਂ 5 ਮਿੰਟ ਹੋਰ ਲਾ ਕੇ ਤੇ ਜਵਾਬ ਦੇ ਦਈਏ ਜੀ ਉਹਨਾਂ ਦੇ ਜੀ। ਦੇਖੋ, ਇੱਕ ਤਾਂ ਗੋਂਗਲੂ ਤੇ ਗੱਲ ਕੀਤੀ ਸੀ, ਉਹਦੇ ਬਾਰੇ ਬ੍ਰੈਸਟ ਕੈਂਸਰ ਦੀਆਂ ਬਹੁਤ ਸਾਰੀਆਂ ਭੈਣਾਂ ਜੋ ਕਿ ਕੁਝ ਐਡਮਿਟਡ ਨੇ ਹਸਪੀਟਲ ਵਿੱਚ ਵੀ ਟ੍ਰੀਟਮੈਂਟ ਦੇ ਅੰਡਰ ਨੇ, ਜਿਨ੍ਹਾਂ ਦੇ ਫੋਨ ਪਹੁੰਚੇ ਸੀ ਕੈਨੇਡਾ ਤੋਂ। ਉਹ 2 ਭੈਣਾਂ ਸਨ ਜੋ ਅਮਰੀਕਾ ਵਿੱਚ ਵੀ ਸਨ। ਉਹਨਾਂ ਨੇ ਖਾਸ ਤੌਰ ਤੇ ਪੁੱਛਿਆ ਸੀ ਗੋਂਗਲੂ ਬਾਰੇ, ਸਾਨੂੰ ਇੱਕ ਵਾਰ ਜ਼ਰੂਰ ਦੱਸ ਦਿਓ। ਮੈਂ ਉਹਨਾਂ ਨੂੰ ਦੱਸਣਾ ਫਿਰ ਦੁਬਾਰਾ ਦੁਹਰਾ ਦਿੰਨੀ ਆ ਕਿ ਅਜੇ ਤੱਕ ਦੀ ਲਾਰਜੈਸਟ ਸਟੱਡੀ ਜੋ ਹੋਈ ਸੀ ਉਹ ਸ਼ੰਘਾਈ ਬ੍ਰੈਸਟ ਕੈਂਸਰ ਸਰਵਾਈਵਲ ਸਟੱਡੀ ਸੀ, ਜਿਹਦੇ ਵਿੱਚ ਪਹਿਲੀ ਵਾਰ ਕੋਈ ਇੱਕ ਅਸੀਂ ਸਾਬਤ ਕਰ ਸਕੇ ਹਾਂ ਕਿ ਇਹ ਕੋਈ ਸਬਜ਼ੀ ਵਾਕਈ ਇਹਨਾਂ ਨੂੰ ਬੈਨੀਫਿਟ ਦਿੰਦੀ ਹੈ। ਉਹਦੇ ਵਿੱਚ ਸੀ ਕਿ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ ਸਨ ਰੋਜ਼। ਇਹਨਾਂ 'ਚ ਜਿਨ੍ਹਾਂ ਨੂੰ ਦਿੱਤੇ ਗਏ ਸਨ, ਸਪਸ਼ਟ ਰੂਪ ਵਿੱਚ ਦਿਸਿਆ ਕਿ ਉਹਨਾਂ ਵਿੱਚ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ, ਉਹਨਾਂ ਨੇ ਲੰਮੀ ਉਮਰ ਭੋਗੀ ਸੀ। ਸੋ ਇਹ ਰਿਸਰਚ ਇੰਨੀ ਮਹੱਤਵਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫਾਰ ਰਿਸਰਚ ਦੀ ਜਿਹੜੀ 103ਵੀਂ ਸਾਲਾਨਾ ਕਾਨਫਰੰਸ ਵਿੱਚ ਇਹਦਾ ਖਾਸ ਜ਼ਿਕਰ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਇੱਕੋ ਇੱਕ ਹੁਣ ਤੱਕ ਦੀ ਸਬਜ਼ੀ ਜਿਹਨੇ ਸਾਬਤ ਕਰ ਦਿੱਤਾ ਕਿ ਇਹਦੇ ਚ ਐਂਟੀ ਕੈਂਸਰ ਰੋਲ ਅਦਾ ਕਰ ਰਹੀ ਹੈ। ਸੋ ਇਹਦੇ ਉੱਤੇ ਹੀ ਫਿਰ ਦੁਬਾਰਾ ਵੀ ਜਿਹੜੀ ਹੋਈ, ਉਹਦੇ ਵਿੱਚ ਜੋ ਮੈਨੂੰ ਵਾਰ-ਵਾਰ ਪੁੱਛ ਰਹੇ ਸਨ ਕਿੰਨਾ ਖਾਈਏ, ਕਿਵੇਂ ਖਾਈਏ। ਦੇਖੋ, ਮੈਂ ਐਡੀ ਦੂਰ ਬੈਠੀ, ਮੈਨੂੰ ਇਹ ਨਹੀਂ ਪਤਾ ਤੁਹਾਡੇ ਕਿੰਨਾ ਫੈਲਿਆ, ਕਿਸ ਸਟੇਜ ਤੇ ਉਹ, ਕਿਹਦੀ ਟ੍ਰੀਟਮੈਂਟ ਚੱਲ ਰਹੀ ਹੈ, ਸਰਜਰੀ ਹੋਈ, ਕਿੰਨਾ, ਸਾਰਾ ਕੁਝ ਕੱਖ ਵੀ ਨਹੀਂ ਪਤਾ। ਸੋ ਮੈਂ ਇੰਨੀ ਡਿਟੇਲਡ ਹਰ ਪੇਸ਼ੈਂਟ ਲਈ ਵੱਖਰਾ ਨਹੀਂ ਦੱਸ ਸਕਦੀ, ਪਰ ਜੋ ਸਟੱਡੀ ਸੀ ਉਹਦੇ 'ਚ 3 ਛੋਟੇ ਗੋਂਗਲੂ ਰੋਜ਼ ਖਾਣ ਨੂੰ ਦਿੱਤੇ ਜਾਂਦੇ ਸਨ, ਜਿਨ੍ਹਾਂ ਨਾਲ 62% ਤੱਕ ਉਹਨਾਂ ਦੇ ਕੈਂਸਰ ਦੀ ਡੈਥ ਜਿਹੜੀ ਡਿਲੇ ਹੋਈ ਹੈ, ਜੋ ਕਿ ਪ੍ਰੂਵਨ ਫੈਕਟਸ ਆ ਚੁੱਕੇ ਨੇ। ਸੋ ਤੁਸੀਂ, ਕਿਉਂਕਿ ਹੁਣ ਆਪਾਂ ਇਸ ਤਰ੍ਹਾਂ ਇੰਡੀਵਿਜੂਅਲ ਨਹੀਂ ਦੱਸ ਸਕਦੇ ਕਿ ਕਿਸ ਹਾਲ 'ਚ ਨੇ, ਸੋ ਮੈਂ ਇਹੀ ਐਡਵਾਈਸ ਕਰਾਂਗੀ ਕਿ ਤੁਸੀਂ ਜੇ ਕਿਸੇ ਵੀ ਹਾਲ ਵਿੱਚ ਉਹ ਖਾ ਸਕਦੇ ਹੋ ਤਾਂ ਤਾਜ਼ੇ ਕੱਚੇ ਛੋਟੇ ਗੋਂਗਲੂ ਤੁਸੀਂ ਡੇਲੀ ਦੇ ਜੇ ਖਾਣੇ ਸ਼ੁਰੂ ਕਰ ਦਿਓ 3, ਤੇ ਫਿਰ ਆਪਾਂ ਹੁਣ ਅਸਰ ਹੀ ਦੇਖ ਸਕਦੇ ਹਾਂ, ਕਿਉਂਕਿ ਇਮੀਡੀਏਟ ਇੰਸਟੈਂਟ ਤਾਂ ਅਸਰ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਅਸੀਂ ਵੱਖੋ ਵੱਖਰੀ ਸਟੇਜਿੰਗ ਦੇ ਵਿੱਚ ਵੀ ਟਰਾਈ ਕੀਤਾ, ਉਹਨਾਂ ਦਾ ਫੈਲਣਾ ਰੁਕਿਆ ਸੀ। ਉਹਦੇ ਨਾਲ ਫੁੱਲ ਗੋਭੀ, ਪੱਤ ਗੋਭੀ, ਬਰੋਕਲੀ, ਪੁੰਗਰੀਆਂ ਦਾਲਾਂ, ਇਹ ਨਾਲ ਐਡ ਆਨ ਕਰਕੇ ਤੁਸੀਂ ਜਿੰਨਾ ਵੀ ਫਾਇਦਾ ਲੈ ਸਕਦੇ ਹੋ ਇਹਦੇ ਚੋਂ ਜ਼ਰੂਰ ਲਵੋ, ਕਿਉਂਕਿ ਹੁਣ ਐਗਜ਼ੈਕਟ ਸਟੇਜਿੰਗ ਬਗੈਰ ਚੈੱਕ ਕੀਤਿਆਂ ਨਹੀਂ ਹੋ ਸਕਦੀ। ਸੋ ਜਿੰਨਾ ਵੀ ਆਪਾਂ ਇਹਦੇ ਤੋਂ ਲੈ ਸਕਦੇ ਹਾਂ ਫਾਇਦਾ, ਜ਼ਰੂਰ ਲੈਣਾ ਚਾਹੀਦਾ ਜੀ। ਕਾਲ ਲੈ ਲਈਏ ਜੀ 92-164 ਤੇ ਤੁਸੀਂ ਆਉਣੇ ਜੀ। ਹੈਲੋ, ਹਾਂਜੀ, ਧੰਨਵਾਦ ਜੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਲਾਲਜੀਤ ਬੋਲਦਾ ਜੀ, ਫਰੀਦਕੋਟ ਤੋਂ ਜੀ। ਲਾਲਜੀਤ ਜੀ, ਹਾਂਜੀ, ਆਪਣਾ ਭੈਣ ਜੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਕਾਲੀ ਗਾਜਰਾ ਜਿਵੇਂ ਆਪਾਂ ਸਲਾਦ ਖਾਂਦੇ ਆ ਜੀ ਸਿਆਲਾਂ 'ਚ ਜ਼ਿਆਦਾ, ਤੇ ਜ਼ਿਆਦਾ ਗਾਜਰ ਤਾਂ ਮੇਰਾ ਖਿਆਲ ਕਾਲੀ ਹੈ ਜਿਹੜੀ ਸਿਆਲਾਂ 'ਚ ਹੀ ਮਿਲਦੀ ਹੈ ਜੀ, ਤੇ ਅਸੀਂ ਮਤਲਬ ਸਲਾਦ ਦੇ ਰੂਪ 'ਚ ਵੀ ਇਹਨੂੰ ਖਾ ਸਕਦੇ ਹਾਂ ਜੀ? ਜੀ ਦੱਸੋ ਜੀ।
ਬਿਲਕੁਲ ਜੀ, ਸਲਾਦ ਵਿੱਚ ਵੀ ਖਾ ਸਕਦੇ ਆ, ਪਰ ਹੁਣ ਤਾਂ ਭਰਾ ਮੇਰੇ ਹਾਲ ਇਹ ਹੈ, ਕੋਈ ਵੀ ਚੀਜ਼ ਕਿਸੇ ਵੀ ਸਮੇਂ ਦੀ ਕਿਸੇ ਹੀ ਦੁਨੀਆ ਦੇ ਹਿੱਸੇ ਵਿੱਚ ਮਿਲ ਜਾਂਦੀ ਹੈ। ਸੋ ਇਸ ਵੇਲੇ ਤਾਂ ਜੋ ਜੀਨ ਅਸੀਂ ਜੈਨੇਟਿਕ ਚੇਂਜ ਕਰਕੇ ਜਿਵੇਂ ਦੀ ਬਣਾਈ ਹੈ, ਕਾਲੀ ਗਾਜਰ ਹੁਣ ਤਾਂ ਅਸੀਂ ਆਪ ਹੈਰਾਨ ਸਾਂ ਵੀ ਜੇ ਭਿੰਡੀ ਮਿਲੀ ਜਾਂਦੀ ਹੈ ਸਰਦੀਆਂ 'ਚ, ਉਸੇ ਤਰ੍ਹਾਂ ਕਾਲੀ ਗਾਜਰ ਗਰਮੀਆਂ 'ਚ ਮਿਲ ਰਹੀ ਹੈ। ਕਾਂਜੀ ਬਣਾ ਕੇ ਫਸਟ ਕਲਾਸ ਲੋਕ ਹੁਣ ਵੀ ਪੀਵੀ ਜਾਂਦੇ ਨੇ। ਜਿਵੇਂ ਮੈਂ ਦੱਸਿਆ ਸੀ, ਸ਼ਰਾਬ ਤੱਕ ਬਣਦੀ ਹੈ। ਸੋ ਇਹ ਹੁਣ ਅਵੇਲੇਬਲ ਹੈਗੀ ਜੇ ਤੁਸੀਂ ਦੇਖੋ ਤਾਂ ਇਹ ਤੁਹਾਨੂੰ ਪੈਕਡ ਵੀ ਪਹੁੰਚ ਜਾਂਦੀ ਹੈ, ਅਚਾਰ ਮਿਲਿਆ ਵੀ ਬਣ ਜਾਂਦਾ। ਪਰ ਬਿਲਕੁਲ ਸਹੀ ਹੈ ਕਿ ਤੁਸੀਂ ਕੱਚੀ ਗਾਜਰ ਸਲਾਦ ਵਜੋਂ, ਜਿਸ ਨੂੰ ਕਿ ਮੈਂ ਦੱਸਿਆ ਵੀ ਸੀ ਕਿ ਆਪਾਂ ਜੇ ਇਹਨੂੰ ਤੁਹਾਨੂੰ ਸਰੀਰਕ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਉਹਦੇ ਵਿੱਚ ਇਹ ਕਾਫੀ ਅਸਰਦਾਰ ਹੈ। ਇਹਨੂੰ ਹਲਕਾ ਖੰਘ ਜ਼ੁਕਾਮ ਵੀ ਠੀਕ ਕਰ ਦੇਗੀ। ਪਰ ਇਹਨੂੰ ਤੁਸੀਂ ਸਲਾਦ ਵਜੋਂ ਖਾਸ ਕਰ ਚੁਕੰਦਰ ਨਾਲ ਜੇ ਕੱਟ ਕੇ ਲਓ ਤਾਂ ਬਹੁਤ ਹੀ ਕਮਾਲ ਦੇ ਫਾਇਦੇ ਮਿਲ ਸਕਦੇ ਨੇ ਜੀ। ਹਾਂਜੀ ਭੈਣ ਜੀ, ਉਹ ਤਾਂ ਮੈਂ ਤਾਂ ਸਬਜ਼ੀ ਆਪਦੀ ਬੀਜ ਕੇ ਖਾਂਦਾ ਜੀ, ਸਰਦੀ ਵਾਲੀ ਵੀ ਗਰਮੀ ਵਾਲੀ ਵੀ, 2 ਮਰਲੇ 3 ਮਰਲੇ ਲਾਉਣਾ ਬਿਨਾਂ ਸਪਰੇਅ ਤੋਂ ਬਿਨਾਂ ਰੇਹ ਤੋਂ ਜੀ। ਵਾਹ, ਕੀ ਔਰ ਚੁਕੰਦਰ ਪਿਛਲੀ ਵਾਰੀ ਲਾਇਆ ਸੀ, ਉਹਦਾ ਜੂਸ ਪੀਂਦੇ ਰਹੇ ਜੀ ਅਸੀਂ ਸਰਦੀਆਂ 'ਚ, ਨਾਲ ਗਾਜਰਾਂ ਪਾ ਕੇ। ਬਹੁਤ ਸਾਨੂੰ ਉਹਦਾ ਇਫੈਕਟ ਹੋਇਆ ਜੀ, ਬਹੁਤ ਵਧੀਆ ਲੱਗਿਆ। ਔਰ ਗਰਮੀ 'ਚ ਅਸੀਂ ਲਵਾਂਗੇ ਤਾਂ ਇਹ ਤਾਂ ਜੀ ਸਾਨੂੰ ਸਟੋਰ ਕੀਤੀਆਂ ਹੀ ਮਿਲਣਗੀਆਂ ਨਾ ਜੀ। ਬਿਲਕੁਲ ਜੀ, ਪਰ ਉਹ ਸਟੋਰ ਕੀਤੀ ਦਾ ਵੀ ਇਹਦੇ ਵਿੱਚ ਦੇਖੋ ਕੁਦਰਤੀ ਕਮਾਲ ਹੀ ਹੈ ਕਿ ਇਹਦੇ ਅੰਸ਼ 10 ਤੋਂ 15% ਘਟਦੇ ਨੇ, ਬਾਕੀ ਫਿਰ ਵੀ ਇਹਦੇ ਅੰਸ਼ ਉਨੇ ਹੀ ਲਏ ਜਾ ਸਕਦੇ ਨੇ। ਇਹਦਾ ਅਚਾਰ ਵੀ ਪੈ ਜਾਂਦਾ ਜੇ, ਜਿਸ ਨੂੰ ਅਸੀਂ ਬਾਅਦ ਦੇ ਸਮੇਂ ਤੱਕ ਵਰਤ ਸਕਦੇ ਹਾਂ, ਕਿਉਂਕਿ ਜਿਹੜੇ ਇਹਦੇ 'ਚ ਐਂਟੀਆਕਸੀਡੈਂਟਸ ਨੇ ਉਹ ਤਾਂ ਓਨਾ ਹੀ ਅਸਰ ਵਿਖਾਈ ਜਾਣਗੇ। ਚੁਕੰਦਰ ਦੇ ਨਾਲ ਜਦੋਂ ਵੀ ਵੀਰ ਤੁਸੀਂ ਲੈਣਾ ਹੋਏ, ਇਹਦੇ ਪੱਤੇ ਹਰ ਹਾਲ 'ਚ ਜਿਹੜੇ ਬਰੀਕ ਨੇ ਨਾਲ ਜ਼ਰੂਰੀ ਨੇ ਉਹਨਾਂ ਤੋਂ, ਕਿਉਂਕਿ ਉਹਦਾ ਮੈਕਸਿਮਮ ਬੈਨੀਫਿਟ ਉਹਨਾਂ ਵਿੱਚ, ਜੇ ਅਸੀਂ ਆਮ ਤੌਰ ਤੇ ਹੇਠਲਾ ਖਾ ਕੇ ਵਿਹਲੇ ਹੋ ਜਾਂਦੇ ਹਾਂ, ਜੂਸ ਪੀਤਾ ਤੇ ਬਾਕੀ ਸੁੱਟਤਾ, ਉਹ ਪੱਤੇ ਜੇ ਨਹੀਂ ਲਏ ਤਾਂ ਤੁਸੀਂ ਚੁਕੰਦਰ 'ਚੋਂ 1/4 ਹਿੱਸਾ ਹੀ ਲਿਆ ਜੇ, ਬਾਕੀ ਉਹਦੀ ਤਾਕਤ ਸਾਰੀ ਸੁੱਟ ਦਿੱਤੀ ਹੈ। ਸੋ ਇਹ ਖਿਆਲ ਰੱਖਿਆ ਕਰੋ ਕਿ ਬਰੀਕ ਜਿਹੜੇ ਪੱਤੇ ਨਰਮ ਕੂਲੇ ਨੇ ਚੁਕੰਦਰ ਇਸ ਤਰ੍ਹਾਂ ਬਹੁਤ ਘੱਟ ਅਸਰਦਾਰ ਜੇ ਜਦ ਤੱਕ ਉਹਦੇ ਉਹ ਪੱਤੇ ਐਡ ਨਹੀਂ ਕੀਤੇ ਜਾਂਦੇ। ਸੋ ਜ਼ਰੂਰ ਅੱਗੇ ਤੋਂ ਨਾਲ ਐਡ ਕਰ ਲਿਆ ਕਰੋ ਜੀ। ਠੀਕ ਹੈ ਜੀ, ਥੈਂਕ ਯੂ। ਸੋ ਭੈਣ ਜੀ ਕੋਈ ਹੋਰ ਗੱਲ ਕਰਨੀ ਹੈ ਤਾਂ ਦੱਸ ਦਿਓ, ਨਹੀਂ ਤਾਂ ਫਿਰ ਇਜਾਜ਼ਤ ਲੈ ਲੈਂਦੇ ਹਾਂ ਜੀ। ਜੀ ਬਹੁਤ ਧੰਨਵਾਦ ਵੀਰੇ। ਮੈਂ ਤਾਂ ਸਗੋਂ ਸਾਰੇ ਸਮੂਹ ਜਿਹੜੇ ਸੁਣ ਰਹੇ ਨੇ, ਸਾਡੇ ਸੁਣਨ ਵਾਲਿਆਂ ਨੂੰ ਇਹੀ ਧੰਨਵਾਦ ਕਰਨਾ ਚਾਹੁੰਦੀ ਕਿ ਜਿੰਨੇ ਵੀ ਸਵਾਲ ਨੇ ਰੱਜ ਕੇ ਇੱਥੇ ਪੁੱਛੋ, ਅਸੀਂ ਐਕਸਟਰਾ ਟਾਈਮ ਵੀ ਦੇਣ ਨੂੰ ਤਿਆਰ ਹਾਂ। ਬਿਲਕੁਲ। ਅੱਜ ਉਹ ਸਵਾਲ ਆਏ ਹੀ ਨਹੀਂ, ਮੈਂ ਜਿਵੇਂ ਚਾਹੁੰਦਾ ਸੀ ਕਿ ਹਜੇ ਮਿੰਟ ਆਪਣੇ ਕੋਲ ਹੈਗੇ ਬਾਈ, ਘੱਟੋ ਘੱਟ ਕਰੋ ਸਵਾਲ ਜਵਾਬ, ਤੇ ਭੈਣ ਜੀ ਵੀ ਤੁਹਾਨੂੰ ਜਵਾਬ ਦੇਣ, ਤੇ ਫਿਰ ਰਾਤ ਨੂੰ ਸੁੱਤਿਆਂ ਪੈਣ ਨੂੰ ਨਾ ਠਾਇਓ ਜੀ। ਉਹਦੇ ਵਿੱਚ ਇੱਕ ਜ਼ਰੂਰ ਮੈਂ ਜਾਣ ਤੋਂ ਪਹਿਲਾਂ ਇੱਕ ਅਹਿਮ ਚੀਜ਼ ਦੱਸ ਦਿਆਂ ਕਿ ਅਸੀਂ ਜਿਵੇਂ ਇਹ ਤਾਜ਼ੀਆਂ ਸਬਜ਼ੀਆਂ ਵੱਲ ਤਰਜੀਹ ਦਿੰਦੇ ਹਾਂ, ਉਸੇ ਤਰ੍ਹਾਂ ਜਿਹੜੇ ਮਾਸਾਹਾਰੀ ਨੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਪੈਕੇਜਡ ਫੂਡਸ ਨੇ, ਭਾਵੇਂ ਉਹ ਸਬਜ਼ੀਆਂ ਜਾਂ ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ 'ਚ ਪ੍ਰੋਸੈਸਿੰਗ ਕਰਨ ਲਈ ਜੋ ਬਣਾਏ ਜਾਂਦੇ ਨੇ ਲੰਮੇ ਸਮੇਂ ਤੱਕ ਤਾਜ਼ਾ ਰੱਖਣ ਲਈ, ਉਹਨਾਂ ਵਿੱਚ ਜੋ ਇਹ ਪਾਏ ਜਾਂਦੇ ਨੇ ਤੱਤ, ਹੈਟਰੋਸਾਈਕਲਿਕ ਅਮੀਨ ਜਾਂ ਪੋਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਜਾਂ ਐਨ ਨਾਈਟ੍ਰੋਸੋ ਕੰਪਾਊਂਡ, ਉਹਦੇ ਉੱਤੇ ਲਿਖਿਆ ਹੁੰਦਾ ਜੇ ਬਾਹਰ, ਇਹ ਸਾਬਤ ਹੋ ਚੁੱਕੇ ਨੇ ਕਿ ਕੈਂਸਰ ਕਰਦੇ ਹੀ ਕਰਦੇ ਨੇ। ਟੂ ਦਿਸ ਐਕਸਟੈਂਟ ਕਿ ਦੇਖੋ ਵਾਰਨਿੰਗ ਇਸ਼ੂ ਹੋ ਗਈ ਕਿ ਜਿਵੇਂ ਤੁਸੀਂ ਹਰ ਇੱਕ ਦੇ ਸਿਗਰਟ ਦੇ ਉੱਪਰ ਲਿਖਣਾ ਹੈ ਕੈਂਸਰ ਕਰਦੀ, ਐਗਜ਼ੈਕਟਲੀ ਇਹੀ ਪ੍ਰੋਸੈਸਡ ਫੂਡਸ ਦੇ ਉੱਪਰ ਲਿਖਿਆ ਆਉਣਾ ਇਹਨਾਂ ਨੇ ਕੰਪਲਸਰੀ ਕਰ ਦਿੱਤਾ, ਲਿਖੋ ਇਹ ਕੈਂਸਰ ਕਰ ਸਕਦਾ ਹੈ। ਸੋ ਬੇਨਤੀ ਮੇਰੀ ਇਹੀ ਹੈ ਕਿ ਇਹ ਜੋ ਅਸੀਂ ਆਪ ਹੀ ਕੈਂਸਰ ਕਰ ਰਹੇ ਹਾਂ, ਇਹਨਾਂ ਤੋਂ ਬਚਣ ਲਈ ਜੇ ਅਸੀਂ ਤਾਜ਼ੀਆਂ ਚੀਜ਼ਾਂ ਨੂੰ ਤਰਜੀਹ ਦਈਏ, ਬਸ਼ਰਤੇ ਕਿ ਉਹਨਾਂ ਤੇ ਸਪਰੇਅ ਨਹੀਂ ਕੀਤੇ ਹੋਏ, ਤਾਂ ਵਾਕਈ ਅਸੀਂ ਲੰਬੀ ਉਮਰ ਭੋਗ ਸਕਦੇ ਹਾਂ। ਜਿਵੇਂ ਨਹੀਂ ਤਾਂ ਮੈਂ ਦੱਸਿਆ ਕਿ ਜੋ ਅਸੀਂ ਹਾਲ, ਜਿਵੇਂ ਖਾਲਸਾ ਜੀ ਨੇ ਗੱਲ ਕੀਤੀ ਸੀ, ਨਾਸ ਮਾਰ ਦਿੱਤਾ ਅਸੀਂ ਇਸ ਧਰਤੀ ਦਾ, ਵੀ ਅੱਜ ਦੇ ਦਿਨ ਹੁਣ ਜਿਹੜੀਆਂ ਤਾਜ਼ੀਆਂ ਵੀ ਵਰਤ ਰਹੇ ਨੇ, ਹੁਣ ਵੀਰ ਫਰੀਦਕੋਟ ਤੋਂ ਸਨ, ਮੈਂ ਦੱਸ ਦਿਆਂ ਕਿ ਸਾਡੀ ਜੋ ਸਟੱਡੀ ਹੋ ਚੁੱਕੀ ਹੈ ਸਾਰੇ ਇਸ ਵੇਲੇ ਸੋਇਲ ਦੀ, ਉਸ ਦੇ ਵਿੱਚ ਅਸੀਂ ਜਿਹੜੇ ਨਿੱਕੇ ਕੀਟਾਣੂ ਮਾਈਕਰੋ ਆਰਗੈਨਿਜ਼ਮ ਜੋ ਕਿ ਸਾਡੇ ਲਈ ਵਧੀਆ ਸਨ, ਬਿਮਾਰੀ ਕਰਨ ਵਾਲੇ ਕੀਟਾਣੂਆਂ ਨੂੰ ਮਾਰਦੇ ਸਨ, ਉਹਨਾਂ ਚੋਂ ਅਸੀਂ 35,000 ਕਿਸਮਾਂ ਖਤਮ ਕਰ ਦਿੱਤੀਆਂ ਰੇਹਾਂ ਪਾ ਕੇ, 35,000। ਸੋ ਇਹਦਾ ਮਤਲਬ ਸਮਝੋ ਕਿ ਇਹ
ਜਿਹੜੇ ਚੰਗੇ ਕੀਟਾਣੂ ਬਿਮਾਰੀ ਰੋਕਣ ਵਾਲਿਆਂ ਨੂੰ ਮਾਰੀ ਜਾ ਰਹੇ ਆ, ਤੇ ਉੱਪਰੋਂ ਇਹ ਜੋ ਅਸੀਂ ਕੀਟਨਾਸ਼ਕ ਸਪਰੇ, ਜੋ ਕਿ ਦੇਖੋ ਇਹ ਵੀ UN ਵੱਲੋਂ ਕਿਹਾਈ ਗਈ ਗੱਲ ਜੇ ਕਿ ਜੋ ਆਮ 8 ਗੁਣਾ ਹੋਣਾ ਚਾਹੀਦਾ ਸੀ, ਅਸੀਂ ਪੰਜਾਬੀ ਕਈ ਥਾਈਂ ਤੇ ਉਹਨੂੰ 32 ਗੁਣਾ ਕਰ ਰਹੇ ਆ ਸਪਰੇ। ਤਾਂ ਤੁਸੀਂ ਆਪੇ ਹੀ ਸਮਝ ਲਓ ਕਿ ਜੋ ਸਰੀਰ ਜਰ ਸਕਦਾ ਹੈ, ਉਸ ਤੋਂ ਕੀ ਅਸੀਂ ਹਾਲ ਸਰੀਰ ਦਾ ਕਰ ਰਹੇ ਆ। ਕਿਉਂ ਨਾ ਸਾਡੇ ਬੱਚਿਆਂ ਦੇ ਵਿੱਚੋਂ ਨੁਕਸ ਹੋਣਗੇ ਜੋ ਦਿਸ ਵੀ ਰਹੇ ਨੇ, ਇੰਨੇ ਅਣਗਿਣਤ ਜਮਾਂਦਰੂ ਨੁਕਸ ਦਿਸਣੇ ਸ਼ੁਰੂ ਹੋ ਚੁੱਕੇ ਨੇ ਕਿ ਦਿਲ ਕੰਬਦਾ ਵੇਖ ਵੇਖ ਕੇ ਕਿ ਅਸੀਂ ਕਿਸ ਪਾਸੇ ਵੱਲ ਨੂੰ ਚਾਲੇ ਪਾ ਰਹੇ ਆ, ਕਿਉਂ ਭੈੜੀ ਮੌਤ ਮਰਨੀ ਚਾਹ ਰਹੇ ਆ। ਆਉਣ ਵਾਲੀ ਨਸਲ ਸਾਡੀ ਠੀਕ ਹੀ ਨਹੀਂ ਰਹਿਣੀ ਜੇ। ਤਾਂ ਫਿਰ ਤੁਸੀਂ ਲਾਈਨਾਂ ਲੰਬੀਆਂ ਦੇਖੋ ਇਸ ਵੇਲੇ ਕਿਸ ਤਰ੍ਹਾਂ ਡਾਕਟਰਾਂ ਦੇ ਬਾਹਰ ਕਿਤੇ ਨਾ ਕਿਤੇ ਲੱਗੀਆਂ ਨੇ। ਇਹ ਸਭ ਕਾਲ ਲੈ ਲਈਏ ਜੀ 92 ਤੋਂ 64 ਤੇ ਆਉਂਦੇ ਰਹੋ ਜੀ ਤੁਸੀਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਕੁਲਵਿੰਦਰ ਸਿੰਘ ਮਾਨ ਨਾਰਵੇ ਤੋਂ ਬੋਲ। ਜੀ ਜੀ। ਮੇਰਾ ਇੱਕ ਸਵਾਲ ਹੈ ਕਿ ਜਿੱਦਾਂ ਅਸੀਂ ਭੈਣ ਜੀ ਨੇ ਦੱਸਿਆ, ਬਿਲਕੁਲ ਸਹੀ ਦੱਸਿਆ, ਉਹ ਹਿੰਦੁਸਤਾਨ ਦੇ ਜਾਂ ਭਾਰਤ ਦੇ ਕਲਾਈਮੇਟ ਦੇ ਨਾਲ ਉੱਥੇ ਉਹ ਚੀਜ਼ਾਂ ਮਿਲ ਸਕਦੀਆਂ। ਸਾਡੇ ਅਰਗੇ ਨਾਰਵੇ ਵਰਗੇ ਮੁਲਕ ਵਿੱਚ ਗਰਮੀ ਬਹੁਤ ਥੋੜੀ ਆ ਜੀ, ਤੇ ਅਸੀਂ ਉਹਨਾਂ ਨੂੰ ਕਿੱਦਾਂ, ਮੈਂ ਅੱਜ ਤੱਕ ਕਾਲੀ ਗਾਜਰ ਨਹੀਂ ਦੇਖੀ ਇੱਥੇ, ਤੇ ਉਹਦਾ ਕੀ ਹੱਲ ਹੋ ਸਕਦਾ ਹੈ? ਭੈਣ ਜੀ ਥੋੜਾ ਜਿਹਾ ਇਹਦੇ ਉੱਤੇ ਚਾਨਣਾ ਪਾਉਣ। ਜੀ ਜੀ ਬਿਲਕੁਲ। ਦੇਖੋ ਕੁਝ ਚੀਜ਼ਾਂ ਕੁਦਰਤ ਨੇ ਥਾਂ ਦੇ ਹਿਸਾਬ ਨਾਲ ਤਿਆਰ ਕੀਤੀਆਂ ਹੋਈਆਂ ਨੇ। ਜਿਹੜੀ ਅਹਿਮੀਅਤ ਉੱਥੋਂ ਦੀ ਬੜੇ, ਵੈਸੇ ਰੱਬ ਨੇ, ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜਿਸ ਥਾਂ ਤੇ ਅਸੀਂ ਬੈਠੇ ਹਾਂ, ਕੁਦਰਤ ਨੇ ਕਮਾਲ ਤਾਂ ਕੀਤੀ ਹੈ ਕਿ ਇੱਥੇ ਉਹ ਚੀਜ਼ਾਂ ਨੇ, ਜਿਵੇਂ ਹੁਣ ਸਿੰਪਲ ਗਾਜਰ ਦੀ ਗੱਲ ਹੀ ਕਰ ਰਹੇ ਹਾਂ, ਜ਼ਰਾ ਜਾ ਕੇ ਅਮਰੀਕਾ ਜਾਂ ਕੈਨੇਡਾ ਦੀ ਗਾਜਰ ਖਾ ਕੇ ਦੇਖੋ, ਸਮਝ ਆ ਜਾਂਦੀ ਹੈ ਕਿ ਉਹਦੇ ਤੱਤ ਵੀ ਇਹਦੇ ਨਾਲੋਂ 1/4 ਰਹਿ ਗਏ ਨੇ। ਉਹਦੇ ਵਿੱਚ ਨਾ ਤਾਂ ਉਹ ਸਵਾਦ ਹੈ, ਸੋ ਉਹ ਸਵਾਦ ਹੀ ਨਹੀਂ ਆਉਂਦਾ, ਹੋਰ ਹੀ ਲਾਲ ਗੂੜੀਆਂ ਲਾਲ ਨਹੀਂ ਹੁੰਦੀਆਂ, ਫਿੱਕੀਆਂ ਸੰਤਰੀ ਜੀਆਂ ਹੀ ਹੁੰਦੀਆਂ ਉਹ ਤਾਂ, ਹਨਾ? ਬਿਲਕੁਲ, ਕਿਉਂਕਿ ਉਹ ਸਾਰੇ ਜੋ ਤਗੜੇ ਫਾਇਦੇ ਦੇਣ ਵਾਲੇ ਤੱਤ ਨੇ ਉਹ ਤਾਂ ਮੰਨਫੀ ਨੇ। ਕਾਰਨ ਇਹ ਕਿ ਬਹੁਤ ਜ਼ਿਆਦਾ ਜੈਨੇਟਿਕ ਉਹ ਇੰਨਾ ਕੁ ਚੇਂਜਸ ਲਿਆਉਣ ਲੱਗ ਗਏ ਨੇ ਪ੍ਰੋਡਿਊਸ ਵਧਾਉਣ ਲਈ ਕਿ ਉਹ ਅਸਲੀ ਤੱਤ ਹੀ ਖਤਮ ਕਰੀ ਜਾ ਰਹੇ ਨੇ। ਇਹੀ ਕਾਰਨ ਹੈ ਕਿ ਅਸੀਂ ਇੱਥੋਂ ਦਾ ਜੋ ਅਸਲ ਫਾਇਦਾ ਕੁਦਰਤੀ ਲੈ ਸਕਦੇ ਸਾਂ ਉਹ ਲੈ ਨਹੀਂ ਰਹੇ। ਅਫਸੋਸ ਹੈ ਕਿ ਜਿੰਨੀ ਸੋਹਣੀ ਧੁੱਪ ਹੈ ਜਾਂ ਜਿਵੇਂ ਬਦਲਦੇ ਮੌਸਮ ਨੇ, ਉਸ ਹਿਸਾਬ ਨਾਲ ਜਿਵੇਂ ਬਰਫ਼ ਵੀ ਨਹੀਂ ਹੈ, ਤਾਂ ਅਸੀਂ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀ ਸਾਡੇ ਫਾਇਦੇ ਕਰਦੀਆਂ ਨੇ, ਜਿਨ੍ਹਾਂ 'ਚ ਇੱਕ ਸਪਿਰੂਲੀਨਾ ਵਰਗੀ ਚੀਜ਼ ਆਪਾਂ ਜ਼ਿਕਰ ਕੀਤਾ ਸੀ, ਜੋ ਕਿ ਅੱਧਾ ਕੀੜਾ ਤੇ ਅੱਧਾ ਕਹਿ ਲਓ ਕਿ ਬੂਟੇ ਵਰਗੀ ਸ਼ਕਲ 'ਚ, ਜੋ ਕਿ ਇੱਕ ਹੋਰ ਤਗੜਾ ਐਂਟੀ ਕੈਂਸਰ ਅਸੀਂ ਪੈਦਾ ਕਰ ਦਿੱਤਾ ਹੋਇਆ ਇੱਥੇ, ਜੋ ਕੁਦਰਤ ਨੇ ਦਿੱਤਾ ਹੈ। ਅਫਸੋਸ ਕਿ ਅਸੀਂ ਉਹ ਵੀ ਜ਼ਹਿਰ ਰਲਾ ਰਹੇ ਹਾਂ ਪਾਣੀਆਂ 'ਚ, ਫੈਕਟਰੀਆਂ ਜੋ ਸਾਡੀਆਂ ਹੀ ਸਿਆਸਤਦਾਨਾਂ ਦੀਆਂ ਕੱਢੀ ਤੁਰੀ ਜਾਂਦੀਆਂ ਨੇ, ਅਸੀਂ ਉਹ ਕੁਦਰਤੀ ਦਾਤ ਵੀ ਖਤਮ ਕਰ ਦਿੱਤੀ। ਇਹੋ ਜਿਹੇ ਲੋਕਾਂ ਨੂੰ ਚੁਰਾਹੇ 'ਚ ਫਾਂਸੀ ਦੇਣੀ ਚਾਹੀਦੀ ਹੈ ਜੋ ਸਾਡੀਆਂ ਨਸਲਾਂ ਤਬਾਹ ਕਰ ਰਹੇ ਨੇ ਆਪਣਾ ਵਕਤੀ ਫਾਇਦਾ ਦੇਖਣ ਲਈ। ਪਰ ਅਸੀਂ ਕਿਉਂ ਨਹੀਂ ਜਾਗ ਰਹੇ, ਪਤਾ ਨਹੀਂ, ਰੱਬ ਹੀ ਜਾਣਦਾ ਕਦੋਂ ਅਸੀਂ ਉੱਠਾਂਗੇ ਇਹਨਾਂ ਦੇ ਵਿਰੁੱਧ ਐਕਸ਼ਨ ਲੈਣ ਲਈ, ਭਾਵੇਂ ਤਬਦੀਲੀ ਕਰ ਲਈ ਹੋਏ। ਪਰ ਵੀਰਾ, ਗੁਨਾਹ ਉਸੇ ਤਰ੍ਹਾਂ ਤੁਰਦਾ ਜਾਂਦਾ ਜੇ, ਗੁਨਾਹਗਾਰ ਉਸੇ ਤਰ੍ਹਾਂ ਬੈਠੇ ਨੇ, ਉਹਨਾਂ ਨੂੰ ਅਜੇ ਤੱਕ ਕੋਈ ਵੀ ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਸੋ ਅਜੇ ਤਾਂ ਬਹੁਤ ਕੁਝ ਕਰਨਾ ਬਾਕੀ ਜੇ। ਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਲੈ ਲੈਂਦੇ ਜੀ।